ਕੌਮੀ ਇਨਸਾਫ ਮੋਰਚਾ 15 ਅਗਸਤ ਤੋਂ ਬਾਅਦ ਕਦੋਂ ਤੱਕ ਚੱਲੇਗਾ? ਇਹ ਸਵਾਲ ਪਹਿਲਾਂ ਬਹੁਤ ਉੱਠਿਆ ਸੀਗਾ ਤੇ ਹੁਣ ਇਹ ਸਵਾਲ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਇਹ ਸਵਾਲ ਵੱਡਾ ਕਿਉਂ ਹੋਇਆ? ਇੱਕ ਐਨਜੀਓ ਨੇ ਇੱਕ ਪਟੀਸ਼ਨ ਪਾਈ ਹੋਈ ਸੀਗੀ ਤਕਰੀਬਨ 5 ਮਹੀਨੇ ਪਹਿਲਾਂ ਤੇ ਉਸ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਇੱਕ ਹੁਕਮ ਦਿੱਤੇ ਹੈ ਤੇ ਉਹਨਾਂ ਹੁਕਮਾਂ ਵਿੱਚ ਕਿਹਾ ਕਿ ਹੱਲ ਕੱਢਿਆ ਜਾਵੇ ਤੇ ਜਿਹੜੀ ਸੜਕ ਆ ਉਹ ਖਾਲੀ ਕਰਵਾਈ ਜਾਵੇ। ਇਹ ਆਰਡਰ ਕੀ ਦਿੱਤੇ ਗਏ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਰਡਰ ਵਿੱਚ ਲਿਖਿਆ ਕੀ ਹੋਇਆ? मैं KP सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ। ਜਸਟ ਟੀਵੀ ਤੁਸੀਂ ਦੇਖ ਰਹੇ ਹੋ। ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਬਾਰੇ ਕਿੰਨੀ ਗੱਲ ਹੋਈ ਹੈ ਤੇ ਸੜਕ ਖਾਲੀ ਕਰਾਉਣ ਬਾਰੇ ਕਿੰਨੀ ਗੱਲ ਹੋ ਰਹੀ ਹੈ ਤੇ ਜਿਹੜੀਆਂ ਸੰਬੰਧਿਤ ਧਿਰਾਂ ਹੈਗੀਆਂ, ਚਾਹੇ ਉਹਦੇ ਵਿੱਚ ਸਰਕਾਰ ਹੈ, ਚਾਹੇ ਕੌਮੀ ਇਨਸਾਫ ਮੋਰਚਾ, ਚਾਹੇ ਹੋਰ ਧਿਰਾਂ, ਉਹਨਾਂ ਦਾ ਐਕਸ਼ਨ ਪਲਾਨ ਕੀ ਹੈ। ਸਾਰੇ ਸਵਾਲਾਂ ਤੇ ਅਸੀਂ ਸਵਾਲ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਸਵਾਲ ਵੱਡਾ ਹੀ ਹੋਵੇਗਾ ਕਿ ਮੋਰਚੇ ਦਾ ਟਾਈਮ ਪੂਰਾ बड़ा सवाल असीं ये पूछांगे कि कौमी इंसाफ मोर्चे बाबत अदालती चेतावनी ते संबंधित धिरां दा एक्शन प्लान की है। इस सवाल ते बहस होगी। जो पैनल साढ़े नाल तारुफ कराना तो उस तो बाद डिबेट ओपन हो जाएगी। मालवीय सिंह माली पोलीटिकल कमेंटेटर ने, इन्हां दी तिखियां टिप्पणियां तुसीं अक्सर सुनते रहंदे हो। माली साहब तुहाडा बहुत स्वागत है। एडवोकेट गुरशन सिंह कौमी इंसाफ मोर्चे नुमाइंदगी करते हैं, इन्हां नूं समझण दी कोशिश करांगे ऑर्डर असल विच है की है ते ऑर्डर ते अगे एक्शन प्लान की हैगा। गुरशन सिंह तुहाडा बहुत स्वागत है। कुलदीप सिंह धालीवाल भारतीय जनता पार्टी स्पोक्सपर्सन ने, धालीवाल साहब तुहाडा बहुत स्वागत है। सुखजिंदर सिंह कौनी ये श्रोमणी अकाली दल के स्पोक्सपर्सन ने, कौनी साहब तुहाडा बहुत स्वागत है। तलविंदर सिंह बुट्टर सीनियर जर्नलिस्ट ने। बुट्टर साहब अक्सर लिखते रहते हैं जिहड़ियां भी सिख मुहिमां चलदियां रहिंदियां ने उन्हां बारे चंगी तरह लिखते हैं तो चंगी तरह विश्लेषण भी करते हैं। उन्होंने समझ हैगी है कि असल में एक कौमी इंसाफ मोर्चे दी मंगां है की है तो पटीशन का मतलब हुंदा की है। बुट्टर साहब तुहाडा बहुत स्वागत है। सब तो पहला सवाल गुरशन सिंह तुहानूं करना चाहूँ। गुरशन सिंह, ये ऑर्डर दे विच की लिखिया होया मैनूं माड़ा दस सकदे हो? सर ਇਹਦੇ ਚ ਤੁਹਾਨੂੰ ਯਾਦ ਹੋਣਾ ਕਿ 2 ਅਗਸਤ ਨੂੰ ਇੱਕ ਆਰਡਰ ਹੋਇਆ ਸੀਗਾ ਕਿ ਅਗਲੀ ਜਿਹੜੀ 17 ਤਰੀਕ ਹੈ ਉਸ ਤੱਕ ਇਹ ਕੋਈ ਨਾ ਕੋਈ ਸੋਲੂਸ਼ਨ ਕੱਢਿਆ ਜਾਵੇ, ਸਰਕਾਰ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਇਹਦਾ ਸੋਲੂਸ਼ਨ ਕੱਢ ਕੇ ਇਹਨੂੰ ਮੋਰਚੇ ਨੂੰ ਜਿਹੜੇ ਰੋਡ ਹੈ ਉਹ ਖਾਲੀ ਕੀਤੀ ਜਾਵੇ ਸਰ। ਪਰ ਜਿਹੜਾ ਅਸੀਂ ਜਦੋਂ 17 ਤਰੀਕ ਨੂੰ ਪੇਸ਼ ਹੋਏ ਆ, ਅਸੀਂ ਆਨਰੇਬਲ ਕੋਰਟ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਉੱਥੇ ਬੈਠੇ ਨੇ, ਜਿਹੜੀ ਫੈਮਿਲੀਜ਼ ਉੱਥੇ ਬੈਠੀਆਂ ਨੇ, ਉਹਨਾਂ ਦੇ ਪਰਿਵਾਰਾਂ ਦੇ ਮੈਂਬਰਸ ਜਿਹੜੇ ਹੈਗੇ ਨੇ ਉਹ ਪਿਛਲੇ 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਹੋਏ ਨੇ। ਕਈਆਂ ਨੂੰ 28 ਸਾਲ ਹੋ ਗਏ, 28 ਸਾਲ ਤੋਂ ਲੈ ਕੇ 32 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੈਠੇ ਹੋਏ ਨੂੰ। ਸੋ ਉਹਨਾਂ ਨੂੰ ਜੇ ਆਪਾਂ ਨਿਗਾਹ 'ਚ ਰੱਖਦੇ ਹੋਏ ਆਨਰੇਬਲ ਜਿਹੜੀ ਕੋਰਟ ਹੈ ਉਹਨਾਂ ਨੇ ਇਹ ਆਰਡਰ ਦਿੱਤਾ ਹੈ, ਪ੍ਰਸ਼ਾਸਨ ਨੂੰ ਆਰਡਰ ਕੀਤਾ ਹੈ ਕਿ ਤੁਸੀਂ ਹਜੇ ਵੀ ਇਹਦਾ ਕੋਈ ਨਾ ਕੋਈ ਸੋਲੂਸ਼ਨ ਕੱਢ ਕੇ ਔਰ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਤਾਂ ਕਿ ਦੋਨੇ ਧਿਰਾਂ ਜਿਹੜੀਆਂ ਧਿਰਾਂ ਨੇ ਉੱਥੇ ਬੈਠੀਆਂ ਨੇ ਔਰ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਹੈ ਉਹਨਾਂ ਦੋਵਾਂ ਧਿਰਾਂ ਨੂੰ ਇਨਸਾਫ ਮਿਲੇ। ਸੋ ਇਸ ਕਰਕੇ ਕੋਈ ਇਹਦੇ 'ਚ ਫੋਰਸਫੁਲੀ ਅਜੇ ਤੱਕ ਜਿਹੜਾ ਪਿਛਲੀ ਵਾਰੀ ਮੇ ਬੀ ਕੈਨ ਯੂਜ਼ ਫੋਰਸ ਕਿਹਾ ਸੀਗਾ ਉਹਨਾਂ ਨੇ, ਤੇ ਪਰ ਨੈਕਸਟ ਟਾਈਮ ਹਜੇ ਇਦਾਂ ਦਾ ਨਹੀਂ ਆਰਡਰ ਹੈਗਾ। ਜੇ ਹੋਇਆ ਉਸ ਤੋਂ ਬਾਅਦ ਰਿਪਲਾਈ ਫਾਈਲ ਜੋ ਕਰਾਂਗੇ ਅਸੀਂ, ਜੇ ਉਹ ਬੈਠਣਗੇ ਗੱਲਬਾਤ ਕਰਨਗੇ ਸਾਡੇ ਨਾਲ ਤੇ ਅਸੀਂ ਕੋਰਟ 'ਚ ਦੱਸਾਂਗੇ। ਜੇ ਨਹੀਂ ਕਰਨਗੇ ਫਿਰ ਵੀ ਅਸੀਂ ਕੋਰਟ 'ਚ ਜਾ ਕੇ ਆਪਦਾ ਰਿਪਲਾਈ ਫਾਈਲ ਕਰਾਂਗੇ ਕਿ ਤੁਹਾਡੇ ਆਰਡਰ ਤੇ ਬਾਵਜੂਦ ਵੀ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ ਹਲੇ ਤੱਕ। ਚਲੋ ਇਹ ਉਸ ਤੋਂ ਬਾਅਦ ਠੀਕ ਹੈ ਗੁਰਸ਼ਨ ਸਿੰਘ, ਇਹ ਸਬ ਜੁਡਿਸ ਮੈਟਰ ਹੈ, ਸਾਨੂੰ ਉਸ ਹੱਦ ਦੇ ਵਿੱਚ ਰਹਿ ਕੇ ਗੱਲਬਾਤ ਕਰਨੀ ਪਵੇਗੀ। ਗੁਰਸ਼ਨ ਸਿੰਘ, ਮੇਰਾ ਇੱਕ ਸਵਾਲ ਹੈਗਾ, ਜਿਹੜੀ ਪਟੀਸ਼ਨ ਤੁਹਾਡੇ ਖਿਲਾਫ ਪਈ ਹੈ ਉਹ ਪਟੀਸ਼ਨ ਤੁਹਾਨੂੰ ਲੱਗਦਾ ਕਿ ਉਹ ਵਾਜਿਬ ਹੈ ਉਹਨਾਂ ਦੀ ਮੰਗ? ਦੇਖੋ ਸਰ, ਵਾਜਿਬ ਜੇ ਆਪਾਂ ਉਹਨੂੰ ਵਾਜਿਬ ਮੰਨਦੇ ਆ ਤਾਂ ਫਿਰ ਆਪਾਂ ਨੂੰ ਇੱਕ ਛੋਟੀ ਚੀਜ਼ ਸੋਚਣ ਦੀ ਲੋੜ ਹੈ ਕਿ ਜਿਹੜੇ ਪਿਛਲੇ 28 ਜਾਂ 32 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ, ਆਪਾਂ ਜੇ ਉਹਨਾਂ ਬਾਰੇ ਨਾ ਸੋਚਾਂਗੇ, ਦੱਸੋ ਜੇ ਇੱਕ ਇਨਸਾਨ ਨੂੰ ਇੱਕ ਰੋਡ ਬਲੌਕ ਹੋਣ ਕਰਕੇ ਕਿੰਨਾ ਤਕਲੀਫ ਹੋ ਰਹੀ ਹੈ ਔਰ ਇਸ ਕਰਕੇ ਉਹਨਾਂ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਅਸੀਂ ਪਿਛਲੇ 15 ਸਾਲਾਂ ਤੋਂ ਕੇਸਿਸ ਲੜ ਰਹੇ ਹਾਂ, ਉਹਨਾਂ ਦੇ ਕੇਸਿਸ ਦੇਖ ਰਹੇ ਹਾਂ ਔਰ ਹਾਲੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਬਕਾਇਦਾ ਕਿ ਜਦੋਂ ਪਿਛਲੇ ਸਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਇੱਕ ਤਾਂ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕੋਰਟ 'ਚ ਪੇਸ਼ੀ ਮੁਹਾਲੀ 'ਚ ਪ੍ਰੋਡਿਊਸ ਕਰਨਾ ਸੀਗਾ, ਉਹਦੇ 'ਚ ਹਰ ਵਾਰੀ ਇੱਕ ਨਵਾਂ ਐਕਸਕਿਊਜ਼ ਦਿੱਤਾ ਜਾਂਦਾ ਕਿ ਸਾਡੇ ਤੋਂ ਸਿਕਿਉਰਿਟੀ ਪ੍ਰਬੰਧ ਨਹੀਂ ਹੋਏ। 10 ਤਰੀਕ ਨੂੰ 10 ਅਗਸਤ ਨੂੰ ਇਹ ਆਰਡਰ ਹੋਇਆ ਸੀਗਾ ਡਿਸਟ੍ਰਿਕਟ ਕੋਰਟ ਦੇ ਮੁਹਾਲੀ ਦੇ ਵਿੱਚ ਕਿ ਇਨ ਆਲ ਸਿਚੁਏਸ਼ਨਸ ਅਕਿਊਜ਼ਡ ਹੈਜ਼ ਬੀਨ ਪ੍ਰੋਡਿਊਸਡ ਇਨ ਦੀ ਕੋਰਟ। ਫਿਰ ਵੀ ਉਥੋਂ ਸੁਪਰੀਡੈਂਟ ਜਿਹੜੇ ਜੇਲ੍ਹ ਨੇ ਉਹਨਾਂ ਨੇ ਇਹ ਐਕਸਕਿਊਜ਼ ਦਿੱਤੀ ਕਿ 15 ਅਗਸਤ ਕਰਕੇ ਮੇਰੇ ਕੋਲੇ ਗਾਰਡ ਨਹੀਂ ਹੈਗੀ, ਮੈਂ ਇਹਨਾਂ ਨੂੰ ਇੱਥੇ ਨਹੀਂ ਲੈ ਕੇ ਆ ਸਕਦਾ। ਸੋ ਇਹ ਚੀਜ਼ਾਂ ਦੇਖਣੇ ਯੋਗ ਹੈਗੀਆਂ ਕਿ ਦੇਖੋ ਕਿ ਇੱਕ ਸਾਈਡ ਉਹ ਲੋਕਾਂ ਬਾਰੇ ਵੀ ਸੋਚੋ ਜਿਹੜੇ 18 ਸਾਲ ਤੋਂ ਇਹ ਐਪਲੀਕੇਸ਼ਨਾਂ ਲਾ ਰਹੇ ਨੇ ਕਿ ਸਾਡੀਆਂ ਖੁਦ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਸੋਲਵ ਕੀਤਾ ਜਾਵੇ, ਉਹਨਾਂ ਨੂੰ ਸੁਣਿਆ ਜਾਵੇ, ਚਾਹੇ ਅਸੀਂ ਕੁਝ ਜੁਰਮ ਕੀਤਾ ਹੈ ਤਾਂ ਸਾਨੂੰ ਉਹਦੀ ਸਜ਼ਾ ਦਿੱਤੀ ਜਾਵੇ।
ਪਰ ਕੋਰਟਸ ਉਹਨਾਂ ਬਾਰੇ ਸੁਣ ਹੀ ਨਹੀਂ ਰਹੀਆਂ। ਗੁਸ਼ਨ ਸਿੰਘ ਤੁਹਾਡੀ ਦਲੀਲ ਇਹ ਵਾਜਬ ਹੈਗੀ ਹੈ ਕਿ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਦੀ ਰਿਹਾਈ ਦੇ ਬਾਰੇ ਵੀ ਕੋਈ ਟਿੱਪਣੀ ਹੋਣੀ ਚਾਹੀਦੀ ਹੈ। ਮੇਰਾ ਸਵਾਲ ਹੈ ਉਹ ਪਟੀਸ਼ਨਰ ਨੇ ਜਿਹੜੀ ਪਟੀਸ਼ਨ ਪਾਈ ਹੈ ਉਹ ਜਾਇਜ਼ ਹੈ ਜਾਂ ਨਾਜਾਇਜ਼ ਹੈ? ਮੇਰਾ ਸਿੰਪਲ ਸਵਾਲ ਹੈ। ਜਾਇਜ਼ ਆਪਾਂ ਉਹਨੂੰ ਮੰਨ ਹੀ ਨਹੀਂ ਸਕਦੇ। ਜੇ ਇੱਕ ਪਾਸੇ ਜੇ ਲੋਕ ਜਿਹੜੇ ਆਣ ਕੇ ਸੜਕਾਂ ਤੇ ਬੈਠੇ ਆ ਉਹ ਬੈਠੇ ਕਿਉਂ ਨੇ? ਨਹੀਂ, ਪਟੀਸ਼ਨਰ ਦੀ ਮਨਸ਼ਾ ਤੇ ਸਵਾਲ ਹੈ ਤੁਹਾਨੂੰ ਸਰ। ਹੈ ਹੀ ਹੈ, ਡਾਊਟੇਬਲ ਹੀ ਹੈ। ਜਦੋਂ ਆਪਾਂ ਉਹ ਇਹ ਕਹਿ ਕੇ ਹਰ ਵਾਰੀ ਸਾਰ ਦਿੰਦੇ ਆ ਕਿ ਮੈਨੂੰ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਤਕਲੀਫ ਹੋ ਰਹੀ ਹੈ ਉਹਨਾਂ ਲੋਕਾਂ ਲਈ ਇਹ ਪਟੀਸ਼ਨ ਪਾਉਣੀ ਪੈ ਰਹੀ ਹੈ, ਤੇ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਦੂਸਰੇ ਲੋਕ ਨੇ ਜਿਹੜੇ ਵਿਜੀਲੈਂਸ ਬੈਠੇ ਉਹਨਾਂ ਲਈ ਵੀ ਤਾਂ ਪਟੀਸ਼ਨ ਫਾਈਲ ਕਰ ਸਕਦੇ ਨੇ। ਫਿਰ ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਤੇ ਲਿਖਿਆ ਕਿ ਮੋਰਚਾ ਖਤਮ ਕਰ ਦਿਓ ਜਾਂ ਜਗ੍ਹਾ ਬਦਲੀ ਕਰੋ? ਨਹੀਂ, ਉਹਨਾਂ ਨੇ ਇਹ ਕਿਹਾ ਕਿ ਰੋਡਸ ਖਾਲੀ ਕਰ ਦਿਓ। ਇਹਦੇ ਲਈ ਸਾਨੂੰ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਨਾ ਕਿਤੇ ਮੋਰਚਾ ਖਤਮ ਕਰੋ। ਨਹੀਂ, ਇਹ ਕੋਰਟਸ ਦੇ ਆਰਡਰ ਵੀ ਨਹੀਂ ਆਏ ਸਰ ਮੋਰਚਾ ਖਤਮ ਕਰਨ ਦੇ, ਸਿਰਫ ਰੋਡ ਖਾਲੀ ਕਰਨ ਦੇ। ਸਿਰ ਰੋਡ ਖਾਲੀ ਕਰਨ ਦੇਣਾ। ਮਾਲੀ ਸਾਹਿਬ ਇਸ ਇਸ਼ੂ ਨੂੰ ਅਸੀਂ ਇੰਨਾ ਵੱਡਾ ਕਿਉਂ ਬਣਾ ਲਿਆ? ਨੋਟਿਸ ਆਇਆ, ਹੁਕਮ ਆਇਆ, ਇੰਨਾ ਵੱਡਾ ਕਿਉਂ ਇਹ ਤੇ ਬਵਾਲ ਕਿਉਂ ਮਚ ਗਿਆ? ਨਹੀਂ, ਬਵਾਲ ਮਚਣ ਵਾਲੀ ਗੱਲ ਇਹ ਆ ਵੀ ਤੁਸੀਂ ਹਾਲਤ ਦੇਖੋ ਵੀ ਸਾਡੀ ਰਾਜਧਾਨੀ ਆ ਪੰਜਾਬ ਦੀ ਚੰਡੀਗੜ੍ਹ, ਸਾਨੂੰ ਚੰਡੀਗੜ੍ਹ ਚੋਂ ਬੇਦਖਲ ਕਰਤਾ। ਕੋਈ ਅਸੀਂ ਚੰਡੀਗੜ੍ਹ ਦੇ ਵਿੱਚ ਰੈਲੀ ਨਹੀਂ ਕਰ ਸਕਦੇ, ਮੁਜ਼ਾਹਰਾ ਨਹੀਂ ਕਰ ਸਕਦੇ। ਮਟਕਾ ਚੌਂਕ ਬੰਦ ਹੋ ਗਿਆ, 17 ਸੈਕਟਰ ਬੰਦ ਹੋ ਗਿਆ, 34 ਚ ਤੁਹਾਨੂੰ ਨਹੀਂ ਜਾਣ ਦਿੰਦੇ। ਉਹ ਸ਼ਮਸ਼ਾਨ ਘਾਟ 25 ਸੈਕਟਰ ਦੇਤਾ ਤੁਸੀਂ ਵੀ ਉੱਥੇ ਜਾ ਕੇ ਤੁਸੀਂ ਆ ਕੇ ਮੁੜ ਜਾਇਆ ਕਰੋ ਮੜੀਆਂ ਨੂੰ ਮੱਥਾ ਟੇਕ ਕੇ। ਮੁਜ਼ਾਹਰੇ ਦਾ ਕੀ ਮਤਲਬ ਹੁੰਦਾ? ਪ੍ਰਸ਼ਾਸਨ ਦਾ ਕੀ ਮਤਲਬ ਹੁੰਦਾ? ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ, ਆਲੇ ਦੁਆਲੇ ਦੇ ਲੋਕਾਂ ਨੂੰ ਦੱਸਣਾ ਵੀ ਸਾਨੂੰ ਦੁੱਖ ਕੀ ਆ, ਤਕਲੀਫ ਕੀ ਆ। ਸੋ ਇਸ ਕਰਕੇ ਇਹ ਅਸਲ ਦੇ ਵਿੱਚ ਮੋਰਚੇ ਨੂੰ ਖਤਮ ਕਰਾਉਣ ਦੀ ਉਹ ਗੱਲ ਆ। ਤੁਰ ਚਾਹੇ ਕਿਹੜੇ ਪਾਸੋਂ ਰਹੇ ਨੇ, ਮੈਂ ਕਹਿੰਦਾ ਇਸ ਪਟੀਸ਼ਨ ਦੀ ਕੋਈ ਤੁਕੇ ਨਹੀਂ ਬਣਦੀ ਜੀ। ਪਹਿਲੀ ਗੱਲ, ਇਹ ਸੜਕ ਮੋਰਚੇ ਨੇ ਬੰਦ ਨਹੀਂ ਕੀਤੀ। ਮੋਰਚਾ ਇੱਕ ਪਾਸੇ ਸੜਕ ਤੇ ਬੈਠਾ ਤੇ ਤੁਸੀਂ ਦੋਹਾਂ ਪਾਸਿਆਂ ਵਾਲੇ ਚੌਂਕ ਕਿਉਂ ਬੰਦ ਕੀਤੇ ਆ ਜੀ? ਤੁਹਾਡੀਆਂ ਸੜਕਾਂ ਕਿੰਨੀਆਂ ਰਿਪੇਅਰ ਹੁੰਦੀਆਂ ਨੇ, ਸਮੱਸਿਆ ਆ ਜਾਂਦੀ ਆ। ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਵਨ ਵੇ ਟ੍ਰੈਫਿਕ ਕਿਉਂ ਨਹੀਂ ਚੱਲ ਸਕਦਾ ਜੀ? ਇਹ ਦੋਹਾਂ ਚੰਡੀਗੜ੍ਹ ਤੇ ਮੋਹਾਲੀ ਦੀ ਪੁਲਿਸ ਨੇ ਮਿੱਥ ਕੇ ਇਹਨਾਂ ਨੂੰ ਬਲੌਕ ਕੀਤਾ ਹੋਇਆ ਤਾਂ ਕਿ ਜਨਤਾ ਇੱਥੋਂ ਦੀ ਲੰਘੇ ਨਾ, ਇਹਨਾਂ ਨੂੰ ਦੇਖੇ ਨਾ, ਇਹਨਾਂ ਦੀ ਗੱਲ ਨਾ ਸੁਣੇ, ਇਹਨਾਂ ਵੱਲ ਧਿਆਨ ਨਾ ਜਾਵੇ। ਆਵਾਜਾਈ ਦੀ ਕੋਈ ਸਮੱਸਿਆ ਨਹੀਂ ਜੀ। ਮੈਨੂੰ ਇਹ ਦੱਸੋ ਇਸ ਸੜਕ ਤੋਂ ਕਿਹੜਾ ਰਸਤਾ ਬੰਦ ਹੁੰਦਾ? ਕਿਹੜੇ ਪਾਸੇ ਕੋਈ ਰਸਤਾ ਜਾਂਦਾ? ਕਿਸੇ ਨੂੰ ਕੋਈ ਤਕਲੀਫ ਆ? ਇਹ ਆ ਵੀ ਤੁਸੀਂ ਇੱਕ ਰਸਤੇ ਨਹੀਂ ਜਾ ਸਕਦੇ, ਦੂਜੇ ਉਧਰਲੇ ਪਾਸੇ ਨਹੀਂ ਜਾ ਸਕਦੇ। ਜਿਹੜੀ ਐਨਜੀਓ ਨੇ ਪਟੀਸ਼ਨ ਪਾਈ ਹੈ ਉਹ ਐਨਜੀਓ ਪਹਿਲੀ ਵਾਰ ਤਾਂ ਪਟੀਸ਼ਨ ਪਾ ਨਹੀਂ ਰਹੀ ਸਰ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਬੜੀਆਂ ਪਟੀਸ਼ਨਾਂ ਪਾਈਆਂ ਹੋਈਆਂ। ਅਸੀਂ ਉਹਨੂੰ ਪੋਲੀਟੀਕਲ ਮੋਟੀਵੇਟਡ ਮੰਨ ਲਈਏ ਪਟੀਸ਼ਨ ਨੂੰ ਸਰ? ਫਿਰ ਮੈਨੂੰ ਇਹ ਦੱਸੋ ਉਹ ਐਨਜੀਓ ਦਾ ਮਕਸਦ ਕੀ ਆ? ਕੱਲ ਮੇਰੀ ਉਹਦੇ ਨਾਲ ਬਹਿਸ ਹੋਈ ਆ। ਸੇਫ ਸੜਕ ਸੁਰੱਖਿਆ ਲਈ। ਦੱਸੋ ਇੱਥੇ ਕਿਹੜੇ ਮੋਰਚੇ 'ਚ ਐਕਸੀਡੈਂਟ ਹੋ ਗਏ ਜੀ? ਸੜਕ ਸੁਰੱਖਿਆ ਲਈ ਆਓ ਤਾਂ ਕਿ ਸੜਕਾਂ ਦਾ ਰੋਕਾ ਨਾ ਪੈਣ, ਸੜਕਾਂ ਤੇ ਇਹ ਨਾ ਹੋਵੇ ਐਕਸੀਡੈਂਟ ਨਾ ਹੋਣ। ਇਹ ਐਨਜੀਓ ਦਾ ਜਿਹੜਾ ਘੇਰਾ, ਇਹ ਪਟੀਸ਼ਨ ਉਹਦੇ ਘੇਰੇ 'ਚ ਨਹੀਂ ਆਉਂਦੀ। ਇਹ ਬਿਲਕੁਲ ਮੋਟੀਵੇਟਡ ਆ ਕਿਉਂਕਿ ਜਦੋਂ ਮਸਲਾ ਇਸ ਤਰ੍ਹਾਂ ਦਾ ਬਣਿਆ ਹੋਇਆ, ਇੱਕ ਐਡਾ ਹੱਕੀ ਮਸਲਾ ਜਿਹਦੇ ਬਾਰੇ ਮੁਲਕ ਦਾ ਗ੍ਰਹਿ ਮੰਤਰੀ ਨਾਨਕ ਸਾਹਿਬ ਦੇ 550 ਸਾਲਾ ਉਤਸਵ ਤੇ ਲੋਕ ਸਭਾ ਚਲਾਨ ਕਰੇ, ਲਿਸਟ ਦਿਖਾਵੇ ਅਸੀਂ ਇਹਨਾਂ ਨੂੰ ਛੱਡਣ ਜਾ ਰਹੇ ਹਾਂ ਤੇ ਮੁੜ ਕੇ ਉਹ ਤਾਂ ਮੁੱਕਰ ਜਾਵੇ, ਵਿਸ਼ਵਾਸਘਾਤ ਕਰੇ। ਇਦੋਂ ਵੱਡਾ ਮਸਲਾ ਕੀ ਹੋ? ਹੁਣ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਵਾਲ ਕੀਤਾ ਤੇ ਜਵਾਬ ਕੀ ਦਿੰਦਾ? ਕਹਿੰਦਾ ਬੀਬਾ ਜੀ ਕਿਤੇ ਨਹੀਂ ਲਿਖਿਆ ਹੋਇਆ ਇਹਨਾਂ ਨੂੰ ਪਹਿਲਾਂ ਰਿਹਾ ਕਰੋ। ਇਹ ਸਜ਼ਾ ਮੌਤ ਤੱਕ ਦੀ ਸਜ਼ਾ ਹੁੰਦੀ ਆ, ਉਹਨਾਂ ਨੂੰ ਪਹਿਲਾਂ ਰਿਹਾ ਕਰਨਾ। ਇਹ ਜੇਲ੍ਹ ਵਿਭਾਗ ਜਾਂ ਦੂਜੇ ਸੋਚ ਸਕਦੇ ਆ। ਨਾਲ ਦੀ ਨਾਲੇ ਪੋਜੀਸ਼ਨ ਤੇ ਟੈਂਕੜਾ ਬਦਲ ਲਿਆ। ਇਹ ਵੱਖਰੀ ਗੱਲ ਆ ਵੀ ਮੋਰਚੇ ਨੇ ਕਈ ਮਸਲੇ ਉਲਝਾ ਦੇ ਪਾਏ ਹੋਏ ਨੇ। ਸਮੁੱਚੇ ਪੰਥ ਨੂੰ ਇਕੱਠਾ ਕਰਨ ਦੀ ਥਾਂ ਇੱਕ 328 ਸਰੂਪਾਂ ਦਾ ਮਸਲਾ ਵਿੱਚ ਲੈ ਲਿਆ ਜਿਹੜਾ ਸ਼੍ਰੋਮਣੀ ਕਮੇਟੀ ਨਾਲ ਆ। ਇੱਕ ਹੋਰ ਕਾਂਡ ਲੈ ਲਿਆ ਜਿਹੜਾ ਬਾਦਲ ਸਰਕਾਰ ਬਾਰੇ ਵਾਪਰਿਆ ਸੀ, ਉਹਨਾਂ ਨਾਲ ਟਕਰਾ ਰਿਹਾ। ਇੱਕ ਹੋਰ ਤਰ੍ਹਾਂ ਉਲਝਾ ਤੇ ਭਲੇਖੇ ਬਹੁਤ ਨੇ। ਚਲੋ ਜਿਹੜਾ ਇਹ ਮੋਰਚਾ ਖੁਦ ਹੀ ਆਪਣੇ ਮੰਤਵ ਬਾਰੇ, ਕਾਰਜ ਬਾਰੇ, ਵਿਧੀ ਬਾਰੇ ਸਪਸ਼ਟ ਨਹੀਂ ਹੈ, ਜਿਹਦੇ ਕਰਕੇ ਉਲਝਾ ਪੈਂਦੇ ਨੇ। ਇਸੇ ਕਰਕੇ ਹਵਾਰਾ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਜਿਹੜਾ ਤੁਸੀਂ ਕਦੇ ਧਾਮੀ ਦੇ ਮਗਰ ਪੈ ਗਏ, ਕਦੇ ਦਾਦੂਵਾਲ ਦੇ ਮਗਰ ਪੈ ਗਏ, ਫਿਰ ਕਿਸਾਨ ਜਥੇਬੰਦੀਆਂ ਦੇ ਮਗਰ ਪੈ ਗਏ, ਇਹਨੂੰ ਬੰਦ ਕਰੋ। ਜਿਹੜੇ ਆ ਮੁੱਦਿਆਂ ਤੇ ਸਾਡੇ ਨਾਲ ਸਹਿਮਤ ਨੇ, ਪਹਿਲਾਂ ਜੋ ਮਰਜ਼ੀ ਹੋਣ, ਉਹਦੀ ਕਿਸੇ ਦੀ ਇੱਥੇ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਢਿੱਲਾ ਮਿੱਲਾ ਜਾਂ ਕੰਟਰੋਲ ਆ ਜਿਹੜਾ ਆਉਂਦਾ ਉਹ ਮਤਲਬ ਇੱਕ ਸਾਫ਼ ਸਪਸ਼ਟ ਸੇਧ ਨਹੀਂ ਹੈ ਇਸ ਮੋਰਚੇ। ਚਲੋ ਮੈਂ ਛੋਟਾ ਬ੍ਰੇਕ ਲੈ ਲਵਾਂ। ਠੀਕ ਹੈ, ਮੈਂ ਛੋਟਾ ਬ੍ਰੇਕ ਲੈ ਲਵਾਂ। ਬ੍ਰੇਕ ਤੋਂ ਬਾਅਦ ਬਾਕੀ ਮਾਨਾ ਕੋਲ ਜਾਵਾਂਗੇ। ਪਹਿਲਾਂ ਸਥਿਤੀ ਸਮਝਦੇ ਹਾਂ, ਉਸ ਤੋਂ ਬਾਅਦ ਉਸ ਤੇ ਸਵਾਲ ਕਰਾਂਗੇ।
ਪਟੀਸ਼ਨਰ ਨੂੰ ਵੀ ਅਸੀਂ ਸੱਦਾ ਦਿੱਤਾ ਸੀਗਾ ਤੇ ਉਹ ਬਿਜ਼ੀ ਸੀਗੇ, ਇਸ ਲਈ ਨਹੀਂ ਉਹ ਆ ਸਕੇਗੇ। ਤੇ ਜਿਹੜੀ ਸੰਬੰਧਤ ਧਿਰ ਹੈਗੀ ਆ ਸਰਕਾਰ ਦੀ, ਉਹਨਾਂ ਦਾ ਨੁਮਾਇੰਦਾ ਜਾਂ ਉਹਨਾਂ ਸਪੋਕਸਪਰਸਨ, ਉਹਨਾਂ ਨੂੰ ਵੀ ਸੱਦਾ ਦਿੱਤਾ ਸੀਗਾ, ਉਹਨਾਂ ਦਾ ਨੁਮਾਇੰਦਾ ਵੀ ਨਹੀਂ ਆਇਆ। ਕੀ ਮੋਰਚੇ ਦਾ ਟਾਈਮ ਪੂਰਾ? ਸਾਡਾ ਸਵਾਲ ਇਹੀ ਹੈ। ਵਾਪਸ ਆ ਰਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਕੌਮੀ ਇਨਸਾਫ ਮੋਰਚੇ ਬਾਬਤ ਅਦਾਲਤੀ ਚੇਤਾਵਨੀ ਤੇ ਸੰਬੰਧਤ ਧਿਰਾਂ ਦਾ ਐਕਸ਼ਨ ਪਲਾਨ ਕੀ ਹੈ? ਮਿਸਟਰ ਬੁੱਟਰ, ਪਹਿਲਾਂ ਤੁਹਾਡੇ ਤੋਂ ਮੈਂ ਸਵਾਲ ਲੈ ਲਵਾਂ। ਕੌਣੀ ਸਾਹਿਬ ਤੇ ਧਾਲੀਵਾਲ ਸਾਹਿਬ ਤੁਹਾਡੇ ਕੋਲ ਬਾਅਦ 'ਚ ਮੈਂ ਆਊਂਗਾ, ਤੁਸੀਂ ਪੋਲੀਟੀਕਲ ਧਿਰਾਂ ਨੇ, ਤੁਹਾਡੇ ਤੋਂ ਬਾਅਦ ਸਮਝਣ ਦੀ ਕੋਸ਼ਿਸ਼ ਕਰੂੰਗਾ। ਮਿਸਟਰ ਬੁੱਟਰ, ਜਿਹੜਾ ਮਾਲੀ ਸਾਹਿਬ ਨੇ ਸਵਾਲ ਚੁੱਕਿਆ ਕਿ ਮੋਰਚਾ ਦੀ ਜਿਹੜੀ ਸਪਸ਼ਟ ਰਣਨੀਤੀ ਹੋਣੀ ਚਾਹੀਦੀ ਹੈ, ਸੇਧ ਹੋਣੀ ਚਾਹੀਦੀ ਹੈ, ਉਹਦੇ ਵਿੱਚ ਉਹ ਮਾਰ ਖਾ ਰਹੇ ਆ ਤੇ ਪੰਥਕ ਏਕਤਾ ਤੇ ਸਵਾਲ ਆਪਣੇ ਆਪ ਵਿੱਚ ਮੋਰਚੇ 'ਚ ਖੜੇ ਹੋ ਰਹੇ ਆ। ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਮਿਸਟਰ ਬੁੱਟਰ? ਜੀ ਬਿਲਕੁਲ, ਮੋਰਚੇ ਤੇ ਚਾਹੇ ਬਹੁਤ ਲੱਗੇ ਨੇ, ਪਰ ਅਸੀਂ ਇਤਿਹਾਸ ਤੇ ਝਾਤ ਮਾਰੀਏ, ਉਹੀ ਮੋਰਚੇ ਫੈਸਲਾਕੁੰਨ ਸਾਬਤ ਹੁੰਦੇ ਨੇ ਜਿਨ੍ਹਾਂ ਦੇ ਏਜੰਡੇ ਵੀ ਸਪਸ਼ਟ ਹੋਣ ਔਰ ਉਹਨਾਂ ਦੇ ਵਿੱਚ ਇਤਫਾਕ ਤੇ ਏਕਤਾ ਵੀ ਹੋਵੇ। ਅਸੀਂ ਤਾਜੀ ਗੱਲ ਕਰ ਲਈਏ ਕਿ ਜਿਹੜਾ ਕਿਸਾਨੀ ਮੋਰਚਾ 2-3 ਸਾਲ ਪਹਿਲਾਂ ਲੱਗ ਕੇ ਹਟਿਆ, ਉਹਨੇ ਇੱਕ ਹਠੀ ਸਰਕਾਰ, ਜਿਹੜੀ ਸਰਕਾਰ ਬਾਰੇ ਇਹ ਪੂਰੇ ਦੇਸ਼ ਦੇ ਵਿੱਚ ਧਾਰਨਾ ਸੀ ਕਿ ਇਹ ਸਰਕਾਰ ਕੋਈ ਵੀ ਕੀਤਾ ਫੈਸਲਾ ਵਾਪਸ ਲੈਣ ਲਈ ਕਦੇ ਵੀ ਮੰਨ ਨਹੀਂ ਸਕਦੀ, ਉਸ ਸਰਕਾਰ ਨੂੰ ਵੀ ਗੋਡਿਆਂ ਭਾਰ ਹੋ ਕੇ ਝੁਕਣ ਲਈ ਮਜਬੂਰ ਕਰ ਦਿੱਤਾ। ਉਹ ਕਿਸ ਬਦੌਲਤ ਸੀ ਕਿ ਉਹਦੇ ਵਿੱਚ ਇੱਕ ਏਜੰਡੇ ਸਪਸ਼ਟ ਸੀਗੇ। ਹਾਲਾਂਕਿ ਬਹੁਤ ਸਾਰੀਆਂ ਧਿਰਾਂ ਨੇ ਉੱਥੇ ਵੀ ਉਲਝਾ ਲਿਆਉਣ ਦੀ ਕੋਸ਼ਿਸ਼ ਕੀਤੀ, ਵੱਖ-ਵੱਖ ਆਪਣੇ ਵੱਖਵਾਦੀ ਤੇ ਵੱਖ-ਵੱਖ ਏਜੰਡੇ ਜਿਹੜੇ ਉਹਨਾਂ ਦੇ ਵਿੱਚ ਘਸੋੜਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਦੀ ਜਿਹੜੀ ਸਮੂਹਿਕ ਲੀਡਰਸ਼ਿਪ ਸੀਗੀ ਉਹਦੇ ਵਿੱਚ ਆਪਣੇ ਏਜੰਡੇ ਪ੍ਰਤੀ ਸਪਸ਼ਟਤਾ ਔਰ ਆਪਣੇ ਮਨੋਰਥ ਪ੍ਰਤੀ ਜਿਹੜੀ ਇੱਛਾ ਸ਼ਕਤੀ ਸੀ, ਉਹਨੇ ਉਹਨਾਂ ਚੀਜ਼ਾਂ ਨੂੰ ਕਿਤੇ ਵੀ ਰਲ ਗੱਡ ਹੋਣ ਤੋਂ ਰੋਕੀ ਰੱਖਿਆ ਔਰ ਅੰਤ ਨੂੰ ਉਹ ਜਿਹੜਾ ਮੋਰਚਾ ਸੀ ਫੈਸਲਾਕੁੰਨ ਸਾਬਤ ਹੋਇਆ ਤੇ ਕੇਂਦਰ ਸਰਕਾਰ ਨੂੰ ਆਪਣੇ ਜਿਹੜੇ 3 ਕਾਲੇ ਕਾਨੂੰਨ ਆ ਉਹ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਅਸੀਂ ਪਿੱਛੇ ਗੱਲ ਕਰ ਲਈਏ, ਬਰਗਾੜੀ ਵਿੱਚ ਵੀ ਮੋਰਚਾ ਲੱਗਿਆ ਸੀ, ਕਿੰਨੀ ਦੇਰ ਲੋਕ ਜਿਹੜੇ ਧਰਨੇ ਤੇ ਬੈਠੇ ਰਹੇ, ਉਹਦਾ ਕੀ ਬਣਿਆ? 2 ਵਾਰ ਬਰਗਾੜੀ ਦੇ ਵਿੱਚ ਮੋਰਚਾ ਲੱਗ ਕੇ ਤੇ ਉਹ ਬਿਨਾਂ ਕਿਸੇ ਫੈਸਲਾਕੁੰਨ ਮੋੜ ਤੇ ਪਹੁੰਚਣ ਤੋਂ ਉਹ ਮੋਰਚਾ ਜਿਹੜਾ ਸਾਬੋਤਾਜ ਹੁੰਦਾ ਰਿਹਾ ਜਾਂ ਚੁੱਕ ਦਿੱਤਾ ਜਾਂਦਾ ਰਿਹਾ। ਸਭ ਤੋਂ ਵੱਡਾ ਮੋਰਚਾ ਜਿਹੜਾ ਸਿੱਖਾਂ ਦਾ, ਜੇ ਪਿਛਲੇ 2-3 ਦਹਾਕਿਆਂ ਦੀ ਗੱਲ ਕਰੀਏ ਤੇ ਧਰਮ ਯੁੱਧ ਮੋਰਚਾ ਮੰਨਿਆ ਜਾਂਦਾ, ਉਹਦੇ ਵਿੱਚ ਵੀ ਹਾਲਾਂਕਿ ਬੜੀ ਵੱਡੀ ਕੌਮ ਦੀ ਸ਼ਕਤੀ ਕੇਂਦਰਿਤ ਸੀ, ਪਰ ਉਹ ਵੀ ਕਿਤੇ ਨਾ ਕਿਤੇ ਸਰਕਾਰ ਨੇ ਜਿਹੜਾ ਉਸ ਮੋਰਚੇ ਨੂੰ ਸਾਬੋਤਾਜ ਕਰਨ ਲਈ ਇੱਕ ਹਿੰਸਕ ਪੈਂਤੜਾ ਅਪਣਾਇਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਦੇ ਰੂਪ ਦੇ ਵਿੱਚ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਫੈਕਟਰ ਜਿਹੜਾ ਕੌਮ ਦੀ ਸਮੂਹਿਕ ਜਥੇਬੰਦਕ ਏਕਤਾ ਦੇ ਵਿੱਚ ਫਰਕ ਬੁੱਟਰ ਸਾਹਿਬ ਇੱਕ ਅਜੀਬ ਜਿਹਾ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਹੈ, ਜੇ ਤੁਹਾਡੇ ਕੋਲ ਜਵਾਬ ਹੋਵੇ ਤਾਂ ਦੇ ਦਿਓ। ਕੀ ਪਤਾ ਸਰਕਾਰਾਂ ਚਾਹੁੰਦੀਆਂ ਹੀ ਨੇ ਹੋਣੇ ਕਿ ਮੋਰਚੇ ਦੀਆਂ ਮੰਗਾਂ ਮੰਨੀਆਂ ਜਾਣ ਤੇ ਇਹਨੂੰ ਖਤਮ ਕੀਤਾ ਜਾਵੇ? ਦੇਖੋ, ਸਰਕਾਰ ਕਿਉਂ ਚਾਹੇਗੀ? ਜੇ ਸਰਕਾਰ ਚਾਹੇਗੀ ਮੋਰਚਾ ਮੰਗਾਂ ਮੰਨੀਆਂ ਜਾਣ ਤੇ ਕਿਸੇ ਨੂੰ ਮੋਰਚਾ ਲਾਉਣ ਦੀ ਕੀ ਲੋੜ ਪਵੇ? ਜਿਵੇਂ ਮਾਲੀ ਸਾਹਿਬ ਨੇ ਸਪਸ਼ਟ ਕੀਤਾ ਕਿ ਕਿਸੇ ਮੁਜ਼ਾਹਰੇ, ਧਰਨੇ ਜਾਂ ਮੋਰਚੇ ਦਾ ਮਨੋਰਥ ਕੀ ਹੁੰਦਾ ਕਿ ਆਪਣਾ ਦੁੱਖ ਲੋਕਾਂ ਰਾਹੀਂ ਸਰਕਾਰ ਤੱਕ ਪਹੁੰਚਾਉਣਾ। ਸੋ ਇਹ ਲੋਕਾਂ ਨੂੰ ਧਰਨਾ ਲਾਉਣ ਲਈ ਜੇ ਸਰਕਾਰ ਦੀ ਮਨਸ਼ਾ ਕਿਸੇ ਫੈਸਲੇ ਤੇ ਪੁੱਜਣਾ ਜਾਂ ਕਿਸੇ ਪੀੜਤ ਧਿਰ ਨੂੰ ਇਨਸਾਫ ਦੇਣਾ ਜਾਂ ਆਪਣਾ ਤਰਾਜੂ ਜਿਹੜਾ ਸਾਵਾਂ ਤੋਲਣਾ, ਜੇ ਮਨਸ਼ਾ ਸਰਕਾਰ ਦੀ ਹੋਵੇ ਤੇ ਕਿਸੇ ਨੂੰ ਧਰਨਾ ਲਾਉਣ ਲਈ, ਕਿਸੇ ਨੂੰ ਮੁਜ਼ਾਹਰਾ ਕਰਨ ਦੀ, ਕਿਸੇ ਨੂੰ ਰੋਣ ਦੀ ਲੋੜ ਹੀ ਕਿਉਂ ਪਵੇ? ਨਹੀਂ, ਮੈਂ ਸਵਾਲ ਕਰ ਰਿਹਾ ਸੀ, ਹਮੇਸ਼ਾ ਚਾਹੇਗੀ। ਮੈਂ ਸਵਾਲ ਕਰ ਰਿਹਾ ਕਿਤੇ ਸਰਕਾਰ ਹੀ ਚਾਹੁੰਦੀ ਹੋਵੇ ਕੋਈ ਵਾਰ ਨਹੀਂ ਮੋਰਚਾ ਲੱਗਾ ਰਹਿਣ ਦਿਓ, ਕੋਈ ਨਹੀਂ, ਵੋਟਾਂ ਵੀ ਮਿਲ ਗਈਆਂ ਕਿ ਵੋਟਾਂ ਦੀ ਪੋਲਿਟਿਕਸ ਵੀ ਸਮਝਦੇ ਹੋ ਨਾ ਤੁਸੀਂ? ਦੇਖੋ, ਇਹ ਵੀ ਇੱਕ ਰਾਜਨੀਤਿਕ, ਜਿੱਦਾਂ ਅਸੀਂ ਪਿਛਲੇ ਸਮੇਂ ਤੋਂ ਰਾਜਨੀਤੀ ਜਿਹੜੀ ਦਸ਼ਾ ਤੇ ਦਿਸ਼ਾ ਵੇਖਦੇ ਆਏ ਆ, ਬੜੀ ਤਰ੍ਹਾਂ ਦੇ ਪੱਤੇ ਖੇਡੇ ਜਾਂਦੇ ਆ, ਜਿਹੜੇ ਇੱਕ ਗਰਮ ਸੁਰ ਵਾਲੇ ਲੋਕਾਂ ਨੂੰ ਇੱਕ ਸਪੇਸ ਮੱਲੀ ਰੱਖਣ ਲਈ ਕਿ ਕੋਈ ਨਵੀਂ ਧਿਰ ਸਪੇਸ 'ਚ ਨਾ ਆ ਜੇ। ਦੂਸਰੀ ਗੱਲ ਆ ਕਿ ਵੰਡੀਆਂ ਪਾਉਣ ਲਈ, ਧਰੁਵੀਕਰਨ ਦੇ ਲਈ, ਜਿਵੇਂ ਬਰਗਾੜੀ ਮੋਰਚਾ ਸੀ ਉਹਦੇ ਤੇ ਵੀ ਤੇ ਦੋਸ਼ ਲੱਗਾ ਸੀਗਾ ਕਿ ਉਹ ਕਾਂਗਰਸ ਨੇ ਆਪ ਲਵਾਇਆ ਸੀਗਾ। ਸੋ ਇਸ ਤਰੀਕੇ ਦੇ ਨਾਲ ਜਦੋਂ ਇਹ ਮੁਹਾਲੀ ਵਾਲਾ ਮੋਰਚਾ ਲੱਗਾ, ਹਾਲਾਂਕਿ ਇਹਦੇ 'ਚ ਵੀ ਉਦੋਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਸੀ, ਅਸੀਂ ਇਸ ਗੱਲ ਨੂੰ ਰੱਦ ਜਾਂ ਸਵੀਕਾਰ ਨਹੀਂ ਕਰਦੇ, ਪਰ ਕਿਤੇ ਨਾ ਕਿਤੇ ਸਰਕਾਰਾਂ ਸਿੱਧੇ ਰੂਪ ਦੇ ਵਿੱਚ ਇਹੋ ਜਿਹੇ ਹਾਲਾਤ ਬਣਨ ਦਿੰਦੀਆਂ ਨੇ ਜਿਹੜੀਆਂ ਨਹੀਂ। ਬੁੱਟਰ ਸਾਹਿਬ ਫਿਰ ਤਾਂ ਸਾਨੂੰ ਪਟੀਸ਼ਨਰ ਦਾ ਧੰਨਵਾਦ ਕਰਨਾ ਚਾਹੀਦਾ ਨਾ, ਉਹ ਉਹਨਾਂ ਧਿਰਾਂ ਨੂੰ ਜਗਾ ਰਹੀ ਹੈ, ਉਹ ਪਟੀਸ਼ਨਰ ਜਗਾ ਰਿਹਾ। ਨਹੀਂ, ਪਟੀਸ਼ਨਰ ਜਗਾ ਤੇ ਰਿਹਾ ਹੈ। ਗੱਲ ਹੈ ਜਦੋਂ ਤੱਕ ਗੱਲ ਕਿਸੇ ਸਿੱਟੇ ਤੇ ਨਹੀਂ ਪੁੱਜਦੀ, ਕੱਲੇ ਜਾਗਣ ਨਾਲ ਕੀ ਬਣੇਗਾ? ਜਦੋਂ ਏਕਤਾ ਹੀ ਨਾ ਹੋਈ, ਜਦੋਂ ਉਸ ਮੋਰਚੇ ਦੀ ਜਿਹੜਾ ਏਜੰਡਾ ਆ ਉਹਦੀ ਪੂਰਤੀ ਦੇ ਤੱਕ ਪਹੁੰਚ ਹੀ ਨਾ ਸਕੇ ਤੇ ਜਗਾਉਣ ਦਾ ਕੀ ਤੁਕ ਬਣਦੀ ਹੈ? ਠੀਕ ਹੈ। ਕੌਣੀ ਸਾਹਿਬ ਤੁਹਾਡੇ ਤੇ ਬਹੁਤ ਸਵਾਲ ਉੱਠਦੇ ਆ।
ਕੋਣੀ ਸਾਹਿਬ ਤੁਹਾਡੇ ਤੇ ਸਵਾਲ ਸਿੱਧਾ ਇਹ ਹੈ ਕਿ ਜੋ ਤੱਕ ਤੁਸੀਂ ਭਾਈਵਾਲ ਰਹੇ ਚੁੱਪ ਰਹੇ, ਜਦੋਂ ਭਾਈਵਾਲੀ ਤੋਂ ਬਾਹਰ ਆਏ ਫਿਰ ਤੁਸੀਂ ਮਗਰਮੱਛ ਤੇ ਹੰਝੂ ਵਹਾਉਣ ਲੱਗ ਪਏ, ਤੁਹਾਡੇ ਤੇ ਸਿੱਧਾ ਸਿੱਧਾ ਇਲਜ਼ਾਮ ਹੈ ਕੋਣੀ ਸਾਹਿਬ। ਨਹੀਂ, ਇਹ ਤਾਂ ਤੁਸੀਂ ਕਹਿ ਲਓ ਵੀ ਸਿਆਸੀ ਬਿਆਨਬਾਜ਼ੀਆਂ ਹੈ, ਪਰ ਅਕਾਲੀ ਦਲ ਨੇ ਹਮੇਸ਼ਾ ਹੀ, ਭਾਵੇਂ ਤੁਸੀਂ 84 ਤੋਂ ਲੈ ਲਓ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਉਸ ਤੋਂ ਬਾਅਦ ਵੀ ਜਿਹੜੀਆਂ ਦੂਜੀਆਂ ਜੇਲ੍ਹਾਂ ਦੇ ਵਿੱਚ ਜਿੰਨੇ ਵੀ ਸਿੱਖ ਕੈਦੀ ਸੀਗੇ ਉਹਨਾਂ ਦੇ ਸਾਰੇ ਕੇਸ, ਹੁੰਦਲ ਸਾਹਿਬ ਹੁੰਦੇ ਸੀ ਇੱਥੇ ਹਾਈ ਕੋਰਟ ਦੇ ਐਡਵੋਕੇਟ, ਉਹਨਾਂ ਨੂੰ ਪੱਕੇ ਤੌਰ ਤੇ ਐਸਜੀਪੀਸੀ ਨੇ ਰੱਖਿਆ। ਤੇ ਜਦੋਂ ਆ ਤੁਹਾਡੇ ਯਾਦ ਹੋਊਗਾ ਅਕਾਲੀ ਗਵਰਨਮੈਂਟ 'ਚ ਜਦੋਂ ਲੱਗਿਆ ਸੀਗਾ ਗੁਰਬਖਸ਼ ਸਿੰਘ ਹੋਰਿਆਂ ਦਾ ਮੋਰਚਾ, ਉਹ ਜਿੰਨੇ ਬੰਦਿਆਂ ਦੀਆਂ ਪਰੋਲਾਂ ਹੋਈਆਂ ਜਾਂ ਜੇਲ੍ਹਾਂ ਜਿਨ੍ਹਾਂ ਦੀਆਂ ਬਦਲ ਕੇ ਲਿਆਂਦੀਆਂ, ਉਹ ਵੀ ਅਕਾਲੀ ਦਲ ਦੀ ਸਰਕਾਰ 'ਚ ਅਕਾਲੀ ਦਲ ਨੇ ਕਰਾਇਆ। ਇਹ ਹੁਣ ਵਾਲੀ ਸਰਕਾਰ ਹੈ ਜਿਹੜੀ, ਇਹ ਉਦੋਂ ਉੱਥੇ ਜਾ ਜਾ ਕੇ ਬੜੀਆਂ ਵੱਡੀਆਂ ਗੱਲਾਂ ਕਰਦੇ। ਹੁਣ ਉਹਨਾਂ ਸਾਰੀਆਂ ਤੋਂ ਪਲਟ ਕੇ ਹੁਣ ਇਹਨਾਂ ਦਾ ਧਿਆਨ ਕਿਤੇ ਕਹਿ ਦਿੰਦੇ ਆ ਚੱਪੜ ਚਿੜੀ ਲੈ ਜਾਓ ਜੀ ਮੋਰਚੇ ਨੂੰ, ਕਿਤੇ ਕਹਿ ਅਸਲੀ ਉਹ ਉੱਥੇ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਮਾਵਾਂ ਧੀਆਂ ਜਵਾਕ ਸਾਰੇ ਰੁੱਲ ਰਹੇ ਆ, ਪਰ ਇਹ ਸਰਕਾਰ ਦਾ ਹੱਲ ਕਰਨ ਨਹੀਂ ਧਿਆਨ ਨਹੀਂ। ਕੋਣੀ ਸਾਹਿਬ ਕਿਹੜੀ ਸਰਕਾਰ ਹੱਲ ਨਹੀਂ ਚਾਹੁੰਦੀ ਗੀ? ਸੈਂਟਰ ਸਰਕਾਰ ਨਹੀਂ ਚਾਹੁੰਦੀ ਜਾਂ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ? ਦੋਵੇਂ ਹੀ ਨਹੀਂ ਚਾਹੁੰਦੀਆਂ ਜੀ। ਤੇ ਤੁਸੀਂ ਕੋਈ ਮੰਗ ਕੀਤੀ ਹੈ? ਤੁਸੀਂ ਹੁਣ ਪਿੱਛੇ ਵਫਦ ਜਾ ਕੇ ਆਏ, ਤੁਹਾਡਾ ਕੋਈ ਗੱਲ ਕੀਤੀ ਗ੍ਰਹਿ ਮੰਤਰੀ ਕੋਲੇ? ਅਸੀਂ ਜੀ ਪਹਿਲਾਂ ਵੀ ਤੁਹਾਡੇ ਯਾਦ ਹੋਊਗਾ ਇਸ ਮੋਰਚੇ 'ਚ ਵੀ ਤਾਂ ਸਾਡੇ ਸਿਰਫ ਬਦਕਿਸਮਤੀ ਕਹਿ ਲਓ ਕੌਮ ਦੀ, ਜਾਂ ਵੀ ਉਹ ਜੋ ਕੁਛ ਹੋਇਆ ਅਸੀਂ ਨਹੀਂ ਸੀ ਚਾਹੁੰਦੇ ਵੀ ਮੋਰਚਾ ਵਿਗੜੇ ਜਾਂ ਇਹਦਾ ਹੋਰ ਪਾਸੇ ਜਾਵੇ, ਧਾਮੀ ਸਾਹਿਬ ਨਾਲ ਜੋ ਹੋਇਆ, ਇਸ ਕਰਕੇ ਇਸ ਮੋਰਚੇ ਤੋਂ ਥੋੜਾ ਪਾਸੇ ਨਹੀਂ। ਪ੍ਰਧਾਨ ਸਾਹਿਬ ਨੇ ਉੱਥੇ ਮੀਟਿੰਗ ਸੱਦ ਕੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਕੱਠੇ ਕੀਤਾ ਹੈ। ਇਹਨਾਂ ਦੇ ਕੋਣੀ ਸਾਹਿਬ ਮੇਰਾ ਸਵਾਲ ਤਾਂ ਬੜਾ ਸਿੱਧਾ ਕੋਣੀ ਸਾਹਿਬ, ਮਾਲੀ ਸਾਹਿਬ ਨੇ ਲੋਕ ਸਭਾ ਵਾਲਾ ਸਵਾਲ ਚੁੱਕਿਆ ਸੀ, ਮੈਂ ਤਾਂ ਸਵਾਲ ਹੀ ਨਹੀਂ ਕਰਦਾ ਪਿਆ, ਮੈਂ ਤਾਂ ਇਹ ਪੁੱਛਦਾ ਪਿਆ ਤੁਹਾਡਾ ਕੋਈ ਵਫਦ ਇਸ ਡਿਮਾਂਡ ਨੂੰ ਕੇਂਦਰ ਤੱਕ ਰੱਖ ਕੇ ਆਇਆ ਜਾਂ ਨਹੀਂ ਸਰ? ਹਾਂਜੀ, ਅਸੀਂ ਜਦੋਂ ਤੁਹਾਡੇ ਯਾਦ ਹੋਊਗਾ ਅਸੀਂ ਦਿੱਲੀ ਵੀ ਪ੍ਰੋਗਰਾਮ ਰੱਖਿਆ, ਉਦੋਂ ਵੀ ਇਹਨਾਂ ਨੂੰ ਦੇ ਕੇ ਆਏ ਆ, ਜਦੋਂ ਅਕਾਲੀ ਦਲ ਦਾ ਪ੍ਰੋਗਰਾਮ ਸੀਗਾ, ਤੁਹਾਡੇ ਯਾਦ ਹੋਣਾ। ਠੀਕ ਧਰਨਾ ਲਾਇਆ ਸੀ। ਠੀਕ ਹੈ। ਕੁਲਦੀਪ ਸਿੰਘ ਧਾਲੀਵਾਲ, ਜੇ ਤੁਸੀਂ ਚਾਹੋ ਤਾਂ ਮੋਰਚਾ ਸਮਾਪਤ ਹੋ ਸਕਦਾ, ਇਹਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ। ਕੀ ਸੈਂਟਰ ਕੋਲੇ ਇਹ ਅਧਿਕਾਰ ਨਹੀਂ ਹੈਗੇ ਕਿ ਉਹ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸੀਗੇ ਉਹਨਾਂ ਨੂੰ ਛੱਡ ਦਿੱਤਾ ਜਾਵੇ, ਜਾਂ ਤੁਸੀਂ ਇਹਨਾਂ ਤੋਂ ਇਨਕਾਰੀ ਹੋ, ਜਾਂ ਤੁਸੀਂ ਸਿਰਫ ਇੱਥੇ ਬਹਿ ਕੇ ਕਹਿ ਦੋਗੇ ਅਸੀਂ ਇਹਨਾਂ ਦੇ ਹੱਕ ਵਿੱਚ ਹੈ ਤੇ ਜਦੋਂ ਸਰਕਾਰੀ ਹੁਕਮ ਆਉਣੇ ਉਦੋਂ ਪਿੱਛੇ ਹੋ ਜਾਓ? ਧਾਲੀਵਾਲ ਸਾਹਿਬ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕੇਪੀ, ਪਰ ਮੈਂ ਆਪਦੀ ਗੱਲ ਇੱਥੋਂ ਸ਼ੁਰੂ ਕਰਦਾ। ਮੈਨੂੰ ਥੋੜਾ ਜਿਹਾ ਗਿਲਾ ਹੈ ਮਾਲੀ ਸਾਹਿਬ ਨਾਲ। ਉਹਨਾਂ ਨੇ ਜਿਹੜਾ ਅੱਜ ਗੱਲ ਕੀਤੀ ਕਿ ਕੇਂਦਰ ਸਰਕਾਰ ਮੁੱਕਰ ਹੀ ਗਈ, ਉਹਨਾਂ ਨੇ ਕੋਈ ਛੱਡਿਆ ਹੀ ਨਹੀਂ। ਉਹ ਬਹੁਤ ਜਾਣਕਾਰ ਨੇ, ਉਹਨਾਂ ਦੀਆਂ ਗੱਲਾਂ ਦੇ ਵਿੱਚ ਬੜਾ ਵਜ਼ਨ ਹੁੰਦਾ, ਲੋਕ ਮੰਨਦੇ ਨੇ। ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਜਿਹੜਾ ਹੈਗਾ 7 ਜਿਹੜੇ ਬੰਦੀ ਸਿੰਘ ਹੈ ਉਹ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਨਾਲ ਰਿਹਾ ਹੋ ਚੁੱਕੇ, ਔਰ ਜਿਹੜੇ ਪਹਿਲਾਂ 9 ਦਾ ਹੋਇਆ ਸੀ। ਤਾਂ ਇਹ ਜਿਹੜਾ ਵਿਸ਼ਾ ਅਸੀਂ ਪਿਛਲੇ 25 ਸਾਲਾਂ ਤੋਂ ਦੁੱਖ ਭੋਗ ਰਹੇ ਹਾਂ। ਪੰਜਾਬ ਨਾਲ ਤਸ਼ੱਦਦ ਹੋਇਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਕਾਂਗਰਸ ਨੇ ਬਹੁਤ ਤਸ਼ੱਦਦ ਕੀਤਾ, ਪਰ ਇਹ ਵਿਸ਼ੇ ਨੂੰ ਟੱਚ ਆ ਕੇ ਕਿਹਨੇ ਕੀਤਾ? ਸਭ ਤੋਂ ਪਹਿਲਾਂ ਵਾਜਪਾਈ ਸਾਹਿਬ ਨੇ। ਹੁਣੇ ਕੌਣੀ ਸਾਹਿਬ ਗੱਲ ਕਰ ਰਹੇ ਸੀ ਵੀ ਅਕਾਲੀ ਦਲ ਦੀ ਸਰਕਾਰ 'ਚ ਵਾਜਪਾਈ ਸਾਹਿਬ ਨੇ ਸਭ ਤੋਂ ਪਹਿਲਾਂ ਚਿੱਠੀ ਰਿਹਾ ਕੀਤਾ ਜਾਵੇ। ਸਾਡੀ ਪਾਰਟੀ ਦੀ ਮਨਸ਼ਾ ਤਾਂ ਕਲੀਅਰ ਸੀ ਜਦੋਂ ਵੀ ਸਾਡੀ ਸਰਕਾਰ ਬਣੀ, ਔਰ ਉਦੋਂ ਬਾਅਦ ਜਦੋਂ ਮੋਦੀ ਸਾਹਿਬ ਆਏ ਤਾਂ ਉਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਕਰਤਾ। ਹੁਣ ਤੁਸੀਂ ਕਿਹਾ ਕੀ ਕੇਂਦਰ ਸਰਕਾਰ ਕਰ ਸਕਦੀ ਹੈ? ਤਾਂ ਤੁਹਾਡੇ ਦਰਸ਼ਕਾਂ ਨੂੰ ਮੈਂ ਦੱਸਦਾ, ਅਸੀਂ ਤਾਂ ਨੋਟੀਫਿਕੇਸ਼ਨ ਹੀ ਕਰਤਾ। ਉਹ ਨੋਟੀਫਿਕੇਸ਼ਨ ਇੰਪਲੀਮੈਂਟ ਜਦੋਂ ਰਾਜ ਸਰਕਾਰ ਕਰਨ ਲੱਗੀ, ਅੱਜ ਪ੍ਰੋਫੈਸਰ ਤੁਸੀਂ ਇੱਕ ਹੁਣੇ ਬੁੱਟਰ ਸਾਹਿਬ ਨੇ ਗੱਲ ਰੱਖੀ ਹੈ ਕਿ ਰਾਜਸੀ ਮਨਸ਼ਾ ਲਈ ਰੋਕੇ ਹੋਏ ਆ ਕਈ, ਤਾਂ ਮੈਨੂੰ ਲੱਗਦਾ ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਪ੍ਰੈਸ ਸਾਹਿਬ ਦੀ ਜਿਹੜੀ ਰਿਹਾਈ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕਰਦੀ। ਕੇਂਦਰ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਉਹ ਕੋਈ ਮੌਕਾ ਢੀਕ ਰਹੇ ਆ ਵੀ ਜਿੱਦੇ ਕੋਈ ਰਾਜਸੀ ਲਾਹਾ ਹੋਊਗਾ ਉਦੋਂ ਅਸੀਂ ਕਹਿ ਦਾਂਗੇ ਵੀ ਆਹ ਲਓ ਭਾਈ ਬੰਦੀ ਸਿੰਘ ਅਸੀਂ ਛੱਡਤੇ। ਹਾਲਾਂਕਿ ਉਹ ਕੇਂਦਰ ਦਾ ਨੋਟੀਫਿਕੇਸ਼ਨ ਹੈ, ਸਾਨੂੰ ਨਹੀਂ ਕੋਈ ਉਹਨਾਂ ਨੇ ਜਿਹੜਾ ਹੈਗਾ ਕਹਿਣਾ, ਕਿਉਂਕਿ ਸਾਨੂੰ ਤਾਂ ਵਾਦੀ ਨਹੀਂ ਦਿੰਦੇ ਵੀ ਭਾਈ ਤੁਸੀਂ 6 ਜਿਹੜੇ ਹੈਗੇ ਆ ਛੱਡਤੇ। ਵੀ ਉਹਨਾਂ ਕੁ ਬਣਦਾ ਨਾ ਗੱਲ ਕਹੀਏ ਨਾ ਵੀ ਵਾਜਪਾਈ ਸਾਹਿਬ ਨੂੰ ਦਰਦ ਹੋਇਆ ਸੀ, ਮੋਦੀ ਸਾਹਿਬ ਨੇ ਛੱਡੇ, ਗੱਲ ਸੁਣੀ, ਤਾਂ ਫਿਰ ਤਾਂ ਆਪਾਂ ਗੱਲ ਕਿਤੇ ਨਾ ਕਿਤੇ ਮਾਲੀ ਸਾਹਿਬ ਜਿਹੜੀ ਗੱਲ ਕਹਿ ਰਹੇ ਹੋ, ਧਾਲੀਵਾਲ ਸਾਹਿਬ, ਮਾਲੀ ਸਾਹਿਬ ਜਿਹੜੀ ਗੱਲ ਕਹਿ ਰਹੇ ਹੋ ਗਲਤ ਕਹਿ ਰਹੇ ਆ। ਧਾਲੀਵਾਲ ਸਾਹਿਬ, ਮੈਂ ਗਿਲਾ ਕੀਤਾ ਉਹਨਾਂ ਨਾਲ, ਗਲਤ ਨਹੀਂ ਕੀਤਾ, ਕਿਹਾ ਉਹਨਾਂ ਨੂੰ ਗਿਲਾ ਕੀਤਾ, ਉਹ ਆਪੇ ਜਵਾਬ ਦੇ ਰਹੀ। ਹੁਣ ਜਿਹੜਾ ਇੱਕੋ ਕੰਬਲੀ 'ਚ ਲਵੇਟ ਦੇਣਾ, ਭਾਜਪਾ ਵੀ ਮਾੜੀ, ਇਹਨਾਂ ਨੇ ਕੁਛ ਨਹੀਂ ਕੀਤਾ, ਨਾ ਇਹ ਕੁਛ ਕਰਦੇ। ਅਸੀਂ ਭਾਈ ਹੱਥ ਜੋੜ ਕੇ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਤਤਪਰ ਹਾਂ। ਅਸੀਂ ਨੋਟੀਫਿਕੇਸ਼ਨ ਕੀਤਾ, 7 ਬੰਦੀ ਸਿੰਘ ਰਿਹਾ ਵੀ ਹੋਏ,
ਦੋ ਜਿਹੜੇ ਪੈਂਡਿੰਗ ਪਏ ਆ ਉਹ ਉਦੋਂ ਬਾਅਦ ਲਿਸਟ ਨਵੀਂ ਵੀ ਆ ਗਈ 22 ਹੋ ਗਏ, ਉਹਨਾਂ ਤੇ ਵੀ ਕੰਮ ਚੱਲ ਰਿਹਾ, ਉਹਨਾਂ ਦੀ ਕਾਨੂੰਨੀ ਚਾਰਾਜੋਈ ਜਿਹੜੀ ਹੈਗੀ ਆ ਉਹ ਹੋ ਰਹੀ ਹੈ। ਪਰ ਜਿਹੜੀ ਸਾਡੇ ਤੇ ਵਾਰ-ਵਾਰ ਇਹ ਇਲਜ਼ਾਮ ਲਾਉਣਾ ਵੀ ਯਾਰ ਕੇਂਦਰ ਐ ਕਰੀ ਜਾਂਦਾ, ਕੇਂਦਰ ਓਏ ਅਸੀਂ ਤਾਂ ਆ ਕੇ ਗੱਲ ਚੱਕੀ ਆ, ਸਾਡੇ ਤੋਂ ਪਹਿਲਾਂ ਕਿਸੇ ਨੇ ਸੁਣੀ ਹੀ ਨਹੀਂ, ਤੇ ਸਾਨੂੰ ਜਿਹੜਾ ਹੈਗਾ ਕਟਾਰੇ 'ਚ ਖੜਾ ਕਰਨਾ, ਇਹ ਕਿਤੇ ਮੈਂ ਆਦਾ ਗਿਲਾ ਜ਼ਾਹਰ ਕੀਤਾ। ਚਲੋ ਧਾਲੀਵਾਲ ਸਾਹਿਬ ਇੱਕ ਚੀਜ਼ ਦੱਸ ਦਿਓ, ਧਾਲੀਵਾਲ ਸਾਹਿਬ ਇੱਕ ਹੁੰਦਾ ਨਾ ਸੜਕ ਤੇ, ਇੱਕ ਹੁੰਦਾ ਸੰਸਦ 'ਚ, ਦੋ ਪ੍ਰੋਸੈਸ ਸਾਡੇ ਸਾਹਮਣੇ ਰੱਖੇ ਜਾ ਰਹੇ ਆ। ਤੁਸੀਂ ਉੱਥੇ ਜਾ ਕੇ ਤਾਂ ਸਾਈਨ ਕਰੇ ਆਏ ਹੋ, ਤੁਹਾਡੇ ਮੰਤਰੀ ਸਾਹਿਬ ਗਏ ਸੀਗੇ, ਮੋਰਚੇ 'ਚ ਵੀ ਜਾਇਓ ਕਦੇ, ਕਿਉਂ ਨਹੀਂ ਜਾਂਦੇ ਮੋਰਚੇ 'ਚ? ਕਿਉਂ ਨਹੀਂ, ਅਸੀਂ ਮੈਂ ਇਸ ਵਿਸ਼ੇ ਤੇ ਜਾਖੜ ਸਾਹਿਬ ਨਾਲ ਗੱਲ ਹੋਈ ਬਕਾਇਦਾ, ਇਸ ਤੇ ਪਹਿਲਾਂ ਵੀ ਮੈਂ ਇੱਕ ਡਿਬੇਟ ਕਰ ਚੁੱਕਿਆ, ਔਰ ਬਕਾਇਦਾ ਸਾਡੇ ਵੱਲੋਂ ਤਾਂ ਕੋਈ ਕਮੀ ਨਹੀਂ, ਅਸੀਂ ਤਾਂ ਤਿਆਰ ਹਾਂ, ਜੇ ਕੋਈ ਸਾਡੇ ਲਈ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਦੇ ਦੇਵੇ ਮੋਰਚਾ, ਅਸੀਂ ਉਹ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹਾਂ। ਕਾਨੂੰਨੀ ਚਾਰਾਜੋਈ ਜੋ ਕਰ ਸਕਦੇ ਮੋਰਚਾ ਤੁਹਾਡੇ ਕੋਲ ਚੱਲ ਕੇ ਆਵੇ ਜਾਂ ਤੁਸੀਂ ਮੋਰਚੇ ਜਾਣਾ ਚਾਹੁੰਦੇ ਹੋ ਸਰ, ਇਹ ਸਪਸ਼ਟ ਕਰ ਦਿਓ। ਨਹੀਂ ਅਸੀਂ ਵੀ ਜਾਣ ਨੂੰ ਤਿਆਰ ਹਾਂ, ਸਾਨੂੰ ਜਦੋਂ ਕਦੋਂ ਜਾਓਗੇ ਸਰ? ਮੈਂ ਤਾਂ ਹਰ ਡਿਬੇਟ ਵਿੱਚ ਸਵਾਲ ਕਰਦਾ, ਇਹ ਕਦੋਂ ਜਾਓਗੇ? ਦੇਖੋ ਮੈਨੂੰ ਤੁਸੀਂ ਅੱਜ ਇਹ ਗੱਲ ਕਹੀ ਆ, ਮੈਂ ਅਸੀਂ ਜ਼ਰੂਰ, ਜੇ ਸਾਡੇ ਲੈ ਕੋਈ ਸੇਵਾ ਹੈਗੀ ਆ, ਮੈਂ ਕਹਿਣਾ ਇੱਥੋਂ ਅਸੀਂ ਕੰਮ ਕਰਨ ਨੂੰ ਤਿਆਰ। ਚਲੋ ਇੱਕ ਛੋਟਾ ਠੀਕ ਹੈ, ਇੱਕ ਛੋਟਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਵਾਪਸ ਆਊਂਗਾ। ਬਹੁਤ ਸਾਰੇ ਸਵਾਲ ਹੈ, ਸਾਰੇ ਸਵਾਲ ਲੈਣ ਦੀ ਕੋਸ਼ਿਸ਼ ਕਰੂੰਗਾ, ਵਾਪਸ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕੌਮੀ ਇਨਸਾਫ ਮੋਰਚੇ ਬਾਬਤ ਅਦਾਲਤੀ ਚੇਤਾਵਨੀ ਤੇ ਸੰਬੰਧਿਤ ਧਿਰਾਂ ਦਾ ਐਕਸ਼ਨ ਪਲਾਨ ਕੀ ਹੈ? ਮਾਲੀ ਸਾਹਿਬ ਪਹਿਲਾਂ ਤੁਹਾਡਾ ਕਮੈਂਟ ਮੈਂ ਚਾਹੁੰਦਾ। ਮਾਲੀ ਸਾਹਿਬ, ਜਿਹੜਾ ਤੁਸੀਂ ਟਿੱਪਣੀ ਬੀਜੇਪੀ ਬਾਰੇ ਕੀਤੀ ਹੈ ਉਹਨਾਂ ਨੂੰ ਪਸੰਦ ਨਹੀਂ ਆਈ ਸਰ? ਨਹੀਂ ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਰਹੀ ਆ। ਮੇਰੀ ਜਾਣਕਾਰੀ 'ਚ ਵਾਧਾ ਕਰ ਦੇਣ ਢਾਲੀਵਾਲ ਸਾਹਿਬ ਕਿ ਉਸ ਨੋਟੀਫਿਕੇਸ਼ਨ ਦੀ ਰੋਸ਼ਨੀ 'ਚ ਕਿਹੜਾ ਬੰਦੀ ਸਿੰਘ ਰਿਹਾ ਹੋਇਆ ਜਿਹਨੇ ਉਸ ਨੋਟੀਫਿਕੇਸ਼ਨ ਦਾ ਹਵਾਲਾ ਦੇ ਕੇ ਕਿਹਾ ਕਿ ਅਸੀਂ ਇਹਨਾਂ ਨੂੰ ਰਿਹਾ ਕਰ ਰਹੇ ਹਾਂ। ਬੰਦੀ ਸਿੰਘ ਰਿਹਾ ਹੋਏ ਨੇ, ਉਹ ਅਦਾਲਤੀ ਪ੍ਰਕਿਰਿਆ ਰਹੀ ਹੋਏ ਨੇ। ਜਿਹੜੇ ਅੱਜ ਤੁਸੀਂ ਕੱਲਾ ਦਵਿੰਦਰਪਾਲ ਤੁਹਾਨੂੰ ਦੀਂਦਾ, ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥ 'ਚ ਆ, ਬਾਕੀ ਜਿਹੜੀਆਂ ਸਰਕਾਰਾਂ ਨੇ ਉੱਥੇ ਕਿਹਦੀਆਂ ਸਰਕਾਰਾਂ ਨੇ ਜੀ? ਜਿਹੜੇ ਬੰਦੀ ਸਿੰਘ ਨੇ ਚੰਡੀਗੜ੍ਹ ਨੇ ਨਾ ਜਿਆਦੇ, ਹੁਣ ਤਾਂ ਚੰਡੀਗੜ੍ਹ 'ਚ ਵੀ ਕੇਂਦਰ ਦੀ ਸਰਕਾਰ। ਇਹ ਤਾਂ ਗਵਰਨਰ ਸਾਹਿਬ ਨੂੰ ਹੀ ਮਿਲਿਆ ਹੈ ਸਰ, ਯੂਟੀ ਦੇ ਐਡਮਿਨਿਸਟ੍ਰੇਟਰ ਉਹਨਾਂ ਨੂੰ ਹੀ ਮਿਲਿਆ ਹੈ, ਕੌਮੀ ਇਨਸਾਫ ਮੋਰਚੇ ਵਾਲੇ। ਤਰੀਕ ਪਈ ਆ ਮੇਰੇ ਕੋਲ ਕਿੱਧਰ ਗਏ ਸੀ ਨਾ ਜੀ। ਜੇ ਕੇਂਦਰ ਦੀ ਸਰਕਾਰ ਆ ਚੰਡੀਗੜ੍ਹ 'ਚ, ਉਹਦੇ ਵਿੱਚ ਤਾਂ ਕਿਸੇ ਹੋਰ ਪਾਰਟੀ ਨੇ ਆਉਣਾ ਨਹੀਂ ਨਾ ਜੀ। ਲੈ ਦੇ ਕੇ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰਦੇ ਆ, ਠੀਕ ਆ, ਗਿੱਲ ਇਹਨਾਂ ਦਾ ਬਿਲਕੁਲ ਵਾਜਬਾ, ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇਹ 'ਚ ਕੀ ਕਰ ਸਕਦੀ ਆ? ਤੁਸੀਂ ਦੱਸੋ ਵੀ ਉਹ ਕਿਹੜੇ ਕੈਦੀ ਨੂੰ ਰਿਹਾ ਕਰ ਸਕਦੇ ਆ? ਜਿਹੜਾ ਉਹ ਕੰਮ ਕਰਦੇ ਨਹੀਂ ਉਹ ਇਹ ਕਰ ਸਕਦੇ ਆ ਕਿ ਪੰਜਾਬ ਸਰਕਾਰ ਇਸ ਮਸਲੇ ਬਾਰੇ ਵਿਧਾਨ ਸਭਾ 'ਚ ਸਰਕਾਰ ਇੱਕ ਮਤਾ ਪਾਸ ਕਰੇ, ਇੱਕ ਚਿੱਠੀ ਲਿਖੇ ਕਿ ਪੰਜਾਬ ਦੇ ਲੋਕਾਂ ਦੀ ਆਹ ਮੰਗ ਆ ਜੈਨੂਇਨ ਮੰਗ ਆ, ਕੇਂਦਰ ਸਰਕਾਰ ਨੂੰ ਤੇ ਸੰਬੰਧਿਤ ਸਰਕਾਰਾਂ ਨੂੰ ਵੀ ਇਹਨਾਂ ਨੂੰ ਤੁਸੀਂ ਹਮਦਰਦੀ ਨਾਲ ਵਿਚਾਰੋ ਤਾਂ ਕਿ ਰਿਹਾ ਕੀਤਾ ਜਾ ਸਕੇ। ਚਲੋ ਤੁਹਾਡੇ ਸਾਹਮਣੇ ਗ੍ਰਹਿ ਮੰਤਰੀ ਨੇ ਕਿਹਾ ਕਿ ਸਜ਼ਾਵਾਂ ਮਾਫ ਨਹੀਂ ਹੁੰਦੀਆਂ ਬੀਬਾ ਜੀ, ਇਹ ਟਿਲ ਡੈਥ ਨੇ, ਇਹ ਸਰਕਾਰਾਂ ਦੀ ਮਰਜ਼ੀ ਤੇ ਆ, ਜੇਲ੍ਹ ਵਿਭਾਗ ਦੀ ਮਰਜ਼ੀ ਤੇ ਆ, ਉਹਨਾਂ ਨੂੰ ਕਦੋਂ ਛੱਡਣਾ ਨਾ ਛੱਡਣਾ। ਪੋਜੀਸ਼ਨ ਬਦਲੀ ਆ ਉਹਨਾਂ ਨੇ। ਠੀਕ ਮੈਂ ਇਹ ਕਹਿਣਾ ਚਾਹੁੰਦਾ ਜੀ। ਠੀਕ ਹਾਂ ਧਾਲੀਵਾਲ ਸਾਹਿਬ ਬੋਲੋ। ਦੇਖੋ ਮੈਂ ਜਿਹੜੀ ਗੱਲ ਪਾਲੀ ਸਾਹਿਬ ਤੁਸੀਂ ਗੱਲ ਕਹਿ ਰਹੇ ਹੋ, ਮੈਂ ਗੱਲ ਮਨਸ਼ਾ ਦੀ ਕੀਤੀ ਆ ਕਿ ਇਸ ਵਿਸ਼ੇ ਨੂੰ ਅਸੀਂ ਟੱਚ ਕੀਤਾ। ਤੁਸੀਂ ਕਿਹਾ ਵੀ ਕਿਹੜੇ ਹੋਏ? ਨਹੀਂ ਧਾਲੀਵਾਲ ਸਾਹਿਬ ਆਪਣਾ ਸਵਾਲ ਇਹ ਹੈ ਸਰ, ਜਿਹੜਾ ਯੂਟੀ ਐਡਮਿਨਿਸਟ੍ਰੇਟਰ ਦੇ ਅੰਡਰ ਹੈ ਸਰ, ਉਸ ਕੇਸ ਬਾਬਤ ਤੁਸੀਂ ਬੋਲਦੇ ਨਹੀਂ ਪਏ। ਤੁਸੀਂ ਇੱਕ ਕੇਸ ਬਾਬਤ ਬੋਲਦੇ ਹੋ, ਤੁਹਾਨੂੰ ਪਤਾ ਆਮ ਆਦਮੀ ਪਾਰਟੀ ਉਹ ਇੱਥੇ ਹੈ ਨਹੀਂ ਡਿਬੇਟ ਵਿੱਚ। ਮੈਂ ਆ ਰਿਹਾ ਗੁਰਸ਼ਨ ਸਿੰਘ ਆ ਰਿਹਾ ਸਾਰੀ ਡਿਬੇਟ ਕਰ ਚੁੱਕੀ ਆ। ਆਮ ਆਦਮੀ ਪਾਰਟੀ ਇੱਕ ਸਮਾਂ ਉਡੀਕ ਰਹੀ ਹੈ, ਉਹ ਸਮੇਂ ਤੇ ਆ ਕੇ ਕਰਨਗੇ। ਸਰ ਤੁਸੀਂ ਆਪਦਾ ਦੱਸ ਦਿਓ ਨਾ, ਜਿਹੜਾ ਯੂਟੀ ਐਡਮਿਨਿਸਟ੍ਰੇਟਰ ਹੈ ਜਿਹੜੇ ਸੈਂਟਰ ਦੇ ਅੰਡਰ ਹੈ ਸਰ, ਉਹਦੇ ਬਾਬਤ ਕੀ ਕਰ ਰਹੇ ਹੋ ਉਹ ਤਾਂ ਦੱਸ ਦਿਓ ਨਾ। ਮੈਂ ਪਹਿਲਾਂ ਹੀ ਕਿਹਾ ਵੀ ਉਹ ਲਿਸਟ ਬਾਅਦ ਚ ਐਨਹਾਂਸ ਹੋਈ ਆ, ਉਹਦੇ ਤੇ ਵੀ ਕੰਮ ਚੱਲ ਰਿਹਾ, ਉਹਦੇ ਲਈ ਵੀ ਜੋ ਕਾਨੂੰਨੀ ਪ੍ਰਕਿਰਿਆ ਮੈਂ ਵੀ ਡਿਬੇਟ ਕਰਦਾ ਰਹੂੰਗਾ, ਤੁਸੀਂ ਕੰਮ ਚੱਲਦੇ ਰਹੋ, ਮੈਂ ਡਿਬੇਟ ਕਰਦਾ ਰਹੂੰਗਾ। ਹਾਂ ਗੁਰਸ਼ਨ ਸਿੰਘ ਬੋਲੋ। ਸਰ ਤੋਂ 7 ਹੋ ਗਏ, 2 ਹੀ ਰਹਿ ਗਏ। ਠੀਕ ਹੈ ਕੁਲਦੀਪ ਕਹਿਣਾ ਚਾਹੀਦਾ ਨਾ ਵੀ ਆ ਮੋਦੀ ਸਾਹਿਬ ਨੇ ਐਕਸ਼ਨ ਲਿਆ, ਵਾਜਪਾਈ ਸਾਹਿਬ ਨੂੰ ਦਰਦ ਸੀ। ਚਲੋ ਸਵਾਗਤ ਕਰਵਾ ਦੇਣਾ ਮਾਲੀ ਸਾਹਿਬ ਤੋਂ, ਮੈਂ ਕਰਵਾ ਦੇਣਾ, ਜੇ ਉਹਨਾਂ ਨੇ ਕਰਨਾ ਹੈ ਕਰਵਾ ਦੂੰਗਾ ਮੈਂ। ਹਾਂ ਗੁਰਸ਼ਨ ਸਿੰਘ ਜੀ ਬੋਲੋ। ਮੈਂ ਕਲੀਅਰ ਕਰ ਦਿੰਦਾ ਜੀ, ਇਹਦੇ 'ਚ ਜਿਹੜੀ ਨੋਟੀਫਿਕੇਸ਼ਨ ਆਈ ਸੀ ਭੁੱਲਰ ਸਾਹਿਬ ਦੀ ਰਿਹਾਈ ਦੀ, ਉਹਦੇ 'ਚ ਜਿਹੜਾ ਸੈਂਟੈਂਸ ਬੋਰਡ ਬਣਿਆ ਸੀ, ਉਹਦੇ 'ਚ ਦਿੱਲੀ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੀ ਨੈਗੇਟਿਵ ਰਿਪੋਰਟ ਵੀ ਭੁੱਲਰ ਸਾਹਿਬ ਦੇ ਖਿਲਾਫ ਦਿੱਲੀ ਪ੍ਰਸ਼ਾਸਨ ਨੇ ਦਿੱਤੀ ਹੈ, ਔਰ ਦਿੱਲੀ ਪ੍ਰਸ਼ਾਸਨ ਵੀ ਸੈਂਟਰ ਗਵਰਨਮੈਂਟ ਦੇ ਥੱਲੇ ਹੈ। ਇੱਕ ਪਾਸੇ ਇਹ ਰਿਹਾਈ ਦੀਆਂ ਗੱਲਾਂ ਕਰਦੇ ਔਰ ਦੂਸਰੇ ਪਾਸੇ ਉਸੇ ਰਿਪੋਰਟ ਦੇ ਥਰੂ ਉਹਨਾਂ ਨੂੰ ਅੰਦਰ ਰੱਖਣ ਦੀਆਂ ਗੱਲਾਂ ਕਰਦੇ ਨੇ। ਨਹੀਂ ਤੁਸੀਂ ਐਸਆਰਬੀ ਦੀ ਗੱਲ ਕਰਦੇ ਹੋ, ਸੈਂਟੈਂਸ ਰਿਵਿਊ ਬੋਰਡ ਦੀ?
ਹਾਂਜੀ 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 ਹਾਂ ਉਹਦੇ ਵਿੱਚ ਜਿਹੜੀ ਰਿਪੋਰਟਸ ਆਉਂਦੀਆਂ ਨੇ, ਜਿਹੜੀਆਂ ਏਜੰਸੀਜ਼ ਦੀਆਂ ਰਿਪੋਰਟ ਆਉਂਦੀਆਂ ਨੇ, ਉਹ ਨੈਗੇਟਿਵ ਰਿਪੋਰਟ ਇਹਨਾਂ ਏਜੰਸੀਆਂ ਨਹੀਂ ਦਿੱਤੀਆਂ, ਔਰ ਉਹ ਏਜੰਸੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਸੈਂਟਰ ਦੇ ਥੱਲੇ ਨੇ। ਆਪਾਂ ਇਹ ਮੰਨ ਕੇ ਇਸ ਚੱਲੀਏ ਗੁਰਸ਼ਰਨ ਕਰਕੇ- ਸਿੰਘ, ਆਪਾਂ ਇਹ ਮੰਨ ਕੇ ਚੱਲੀਏ ਨਾ ਸੈਂਟਰ ਤੇ ਨਾ ਉੱਥੋਂ ਦੀ ਸਟੇਟ ਗਵਰਨਮੈਂਟ ਦੋਨੋਂ ਹੀ ਨਹੀਂ ਚਾਹੁੰਦੀਆਂ ਕਿ ਰਿਹਾ ਕੀਤਾ ਜਾਵੇ। ਉਹ ਦੋਨੋਂ ਹੀ ਨਹੀਂ ਚਾਹੁੰਦੀਆਂ ਇਹ ਚੀਜ਼। ਔਰ ਜਿਹੜੀ 14 ਤਰੀਕ ਨੂੰ ਜੋ ਲਾਸਟ ਟਾਈਮ ਅੱਜ ਜਿਹੜੀ ਤਰੀਕ ਆਈ ਸੀ ਹਾਈ ਕੋਰਟ ਦੇ ਵਿੱਚ, ਇਹਨਾਂ ਨੂੰ ਆਰਡਰ ਹੋ ਚੁੱਕਿਆ ਹੈ, ਬਕਾਇਦਾ ਇਹਨਾਂ ਨੂੰ ਕਿਹਾ ਗਿਆ ਕਿ ਵਿਦਿਨ 4 ਵੀਕਸ ਦਵਿੰਦਰਪਾਲ ਭੁੱਲਰ ਦੀ ਡਿਸੀਜਨ ਫਾਈਨਲ ਕੀਤਾ ਜਾਵੇ ਔਰ ਉਹਨਾਂ ਦੀ ਰਿਪੋਰਟ ਸਬਮਿਟ ਕੀਤੀ ਜਾਵੇ। ਠੀਕ ਠੀਕ। ਕੇਪੀ ਜੀ ਹਾਂਜੀ ਹਾਂਜੀ ਮਾਲੀ ਸਾਹਿਬ ਬੋਲੋ ਬੋਲੋ। ਕੇਪੀ ਜੀ ਹੁਣ ਤਾਂ ਇਹ ਗੱਲ ਵੀ ਮੁੱਕ ਗਈ ਵੀ ਕੇਜਰੀਵਾਲ ਸਰਕਾਰ ਆ, ਹੁਣ ਤਾਂ ਐਨਡੀਓ ਸਰਕਾਰ ਆ, ਹਾਲਤ ਤੇ ਬਦਲ ਗਈ। ਲਓ ਜੀ ਧਾਲੀਵਾਲ ਸਾਹਿਬ ਹੁਣ ਬੋਲਣਾ ਚਾਹੁੰਦੇ ਕੁਝ? ਕੁਲਦੀਪ ਧਾਲੀਵਾਲ ਜੀ। ਹਾਂਜੀ ਮੈਂ ਗੱਲ ਰੱਖ ਰਿਹਾ, ਜਿਹੜੀ ਗੱਲ ਸਾਹਿਬ ਨੇ ਕਹੀ ਹੈ ਨਾ, ਇਹ ਜਿਹੜੀ ਉਹਨਾਂ ਦੇ ਵੀ ਹਾਲ ਹੋਣਾ ਜਿਵੇਂ ਪੰਜਾਬ ਵਿਧਾਨ ਸਭਾ, ਕਿਉਂਕਿ ਪੰਜਾਬ ਦੀਆਂ ਏਜੰਸੀ ਸਭੀ ਨੈਗੇਟਿਵ ਇਨਪੁਟ ਕਰਕੇ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਧਾਲੀਵਾਲ ਸਾਹਿਬ, ਮੈਂ ਦੁਬਾਰਾ ਆ ਜਾਊਂਗਾ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ, ਮੈਂ ਵਾਪਸ ਆ ਜਾਊਂਗਾ ਧਾਲੀਵਾਲ ਸਾਹਿਬ, ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ, ਗੱਲ ਪਹੁੰਚ ਨਹੀਂ ਪਾਣੀ ਕਿ ਮੈਂ ਵਾਪਸ ਆ ਜਾਊਂਗਾ, ਤੁਹਾਨੂੰ ਪੂਰਾ ਮੌਕਾ ਮਿਲੂ, ਚਿੰਤਾ ਨਾ ਕਰੋ। ਕੌਣੀ ਸਾਹਿਬ ਹੁਣ ਤਾਂ ਤੁਹਾਨੂੰ ਕੁਝ ਕਰਨਾ ਚਾਹੀਦਾ ਹੈ। ਕੌਣੀ ਸਾਹਿਬ ਤੁਹਾਡਾ ਕੋਈ ਵਫਦ ਜਾਵੇ ਸਪੈਸ਼ਲ ਤੌਰ ਤੇ, ਜੇ ਤੁਸੀਂ ਪੰਥਕ ਏਕਤਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮੋਰਚੇ ਤੋਂ ਵੱਖ ਚੱਲਣਾ, ਫਿਰ ਠੀਕ ਹੈ ਤੁਸੀਂ ਵੱਖ ਚੱਲੋ ਫਿਰ। ਨਹੀਂ, ਅਸੀਂ ਕਦੇ ਨਹੀਂ ਚਾਹੁੰਦੇ ਵੀ ਵੱਖ ਚੱਲ ਗਏ। ਅਸੀਂ ਤਾਂ ਚਾਹੁੰਦੇ ਹਾਂ ਇਹ ਗੱਲ ਹਮੇਸ਼ਾ ਕਿ ਸਾਰੀਆਂ ਸਿੱਖ ਧਿਰਾਂ, ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ। ਨਹੀਂ ਕੌਣੀ ਸਾਹਿਬ ਜਾਂ ਇੱਕ ਕੰਮ ਕਰੋ, ਕੌਣੀ ਸਾਹਿਬ ਤੁਸੀਂ ਇੱਕ ਸ਼ਰਤ ਰੱਖ ਦਿਓ ਵੀ ਤੁਸੀਂ ਜਿਹੜੀ ਬੇਅਦਬੀ ਵਾਲੀ ਮੰਗ ਹੈ ਜਾਂ ਹੋਰ ਮੰਗਾਂ ਹੈਗੀਆਂ ਜਿਹੜੀਆਂ ਤੁਹਾਡੀ ਸਰਕਾਰ ਵੇਲੇ ਹੋਈਆਂ 328 ਸਰੂਪਾਂ ਵਾਲੀ, ਸ਼੍ਰੋਮਣੀ ਕਮੇਟੀ ਵਾਲੀ, ਉਹਨਾਂ ਨੂੰ ਪਾਸੇ ਕਰ ਦਿਓ, ਫਿਰ ਹੀ ਤੁਹਾਡੇ ਨਾਲ ਆ ਜਾਂਦੇ। ਤੁਸੀਂ ਇਹ ਸ਼ਰਤ ਰੱਖਣਾ ਚਾਹੁੰਦੇ ਹੋ ਕੌਣੀ ਸਾਹਿਬ? ਨਹੀਂ, ਸਾਡੀ ਕੋਈ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ। ਅਸੀਂ ਤਾਂ ਸਿਰਫ ਇਹ ਸੀ ਵੀ ਹੁੱਲੜਬਾਜ਼ੀ ਕਰਕੇ ਜਾਂ ਕਿਸੇ ਵੀ ਤਰ੍ਹਾਂ ਡੀਰੇਲ ਨਾ ਹੋਵੇ ਮੋਰਚਾ, ਅਸੀਂ ਤਾਂ ਸਾਈਡ ਤੇ ਹੋਏ ਆ। ਇਹ ਤਾਂ ਉਹ ਮੋਰਚੇ ਦੇ ਪ੍ਰਬੰਧਕਾਂ ਨੇ ਵੀ ਉਹਨਾਂ ਗੱਲਾਂ ਨੂੰ ਮਾੜਾ ਕਿਹਾ ਜਿਹੜੀਆਂ ਉੱਥੇ ਉਦੋਂ ਵਾਪਰੀਆਂ। ਤੁਸੀਂ ਵੈਸੇ ਨਾਲ ਹੋ ਸਰ? ਵੈਸੇ ਨਾਲ ਹੋ ਇਹਨਾਂ ਦੇ? ਹਾਂ ਨਾਲ ਹੈ ਜੀ। ਕਿ ਵੰਡੀਆਂ ਪਾਈਆਂ ਹੋਈਆਂ ਵੀ ਮਿਸਟਰ ਹਵਾਰਾ ਇਹਨਾਂ ਦੇ ਆ, ਰਾਜੋਆਣਾ ਸਾਡੇ ਆ, ਕਿ ਵੰਡੀਆਂ ਪਈਆਂ ਹੋਈਆਂ? ਨਹੀਂ, ਸਾਰੇ ਪੰਥ ਦੇ ਆ, ਸਾਰੇ ਸਿੱਖਾਂ ਦੇ ਆ। ਚਲੋ ਤਲਵਿੰਦਰ ਬੁੱਟਰ ਹੁਣ ਕਨਫਿਊਜ਼ਨ ਇਹ ਆ, ਇਹ ਐਕਚੁਅਲੀ ਮੋਸਟਲੀ ਡਿਬੇਟ ਵਿੱਚ ਇਹੀ ਕੁਝ ਹੋ ਰਿਹਾ, ਇੱਕ ਦੂਜੇ ਤੇ ਪਾਈ ਚੱਲੋ ਤੇ ਗਾਂ ਲੰਗੀ ਚੱਲੋ, ਪਰ ਆਪਾਂ ਇੱਥੇ ਇਹ ਨਹੀਂ ਹੋਣ ਦੇਣਾਗਾ। ਗੁਰਸ਼ਰਨ ਸਿੰਘ ਨੇ ਇੱਕ ਸਥਿਤੀ ਕਲੀਅਰ ਕੀਤੀ ਹੈ, ਕਹਿੰਦੇ ਰਿਪੋਰਟਾਂ ਸੈਂਟਰ ਦੀ ਏਜੰਸੀ ਦੀਆਂ ਸੀਗੀਆਂ, ਫੈਸਲਾ ਜਿਹੜਾ ਦਿੱਲੀ ਗਵਰਨਮੈਂਟ ਦਾ ਸੀਗਾ, ਉਹ ਦੋਨੋਂ ਇਕੱਠੇ ਹੋ ਗਏ ਤੇ ਫਿਰ ਇਸ ਕਰਕੇ ਰਿਹਾਈ ਨਹੀਂ ਹੋਈ। ਬੁੱਟਰ ਸਾਹਿਬ ਕਿਹੜੀ ਪੋਲਿਟਿਕਸ ਹੈ ਜਿਹੜੀ ਇਹਨਾਂ ਦੇ ਹੱਕ ਵਿੱਚ ਹੈ? ਮੈਨੂੰ ਇੱਕ ਪੋਲਿਟਿਕਸ ਦਾ ਨਾਮ ਦੱਸ ਦਿਓ ਧਰਮਿੰਦਰ ਸਿੰਘ ਬੁੱਟਰ, ਜੇ ਤੁਸੀਂ ਨਾਮ ਦੱਸ ਦੋਗੇ ਸਰ ਮੈਂ ਉਸ ਐਂਗਲ ਤੇ ਡਿਬੇਟ ਕਰੂੰਗਾ। ਫਿਰ ਦੇਖੋ, ਪਹਿਲੀ ਗੱਲ ਤੇ ਇਹ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਸਰਕਾਰ ਨੇ ਜਿਹੜੇ 8 ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ, ਉਹ ਜਿਹੜੀ ਸੂਚੀ ਹੀ ਜਿਹੜੀ ਪੂਰੀ ਤਰ੍ਹਾਂ ਦਰੁਸਤ ਨਹੀਂ ਸੀ। ਇਹ ਬੰਦੀ ਸਿੰਘਾਂ ਦੇ ਕੇਸਾਂ ਨਾਲ ਜੁੜੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਕਈ ਵਾਰ ਖੁਲਾਸਾ ਕਰ ਦਿੱਤਾ ਕਿ ਉਹਦੇ ਵਿੱਚ ਦੇਖੋ ਬੰਦੀ ਸਿੰਘ, ਪਹਿਲਾਂ ਤੇ ਬੰਦੀ ਸਿੰਘ ਕਿਹਨਾਂ ਨੂੰ ਕਿਹਾ ਜਾਂਦਾ? ਜਿਹੜੇ ਬੰਦੇ 1980 ਤੇ 90ਵੇਂ ਦਹਾਕਿਆਂ ਦੇ ਵਿੱਚ ਰਾਜਨੀਤਿਕ ਕਾਰਨਾਂ ਕਰਕੇ ਹਥਿਆਰਬੰਦ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਆ, ਤੇ ਉਹਨਾਂ ਦੇ ਵਿੱਚ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਉਹਨਾਂ ਚੋਂ ਜਿਹੜੇ ਬੰਦ ਨੇ ਉਹਨਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ। ਪਰ ਜਿਹੜੀ ਉਹ ਭਾਰਤ ਸਰਕਾਰ ਦੀ ਸੂਚੀ ਸੀ ਉਹਦੇ ਵਿੱਚ 3 ਬੰਦੇ ਇਹੋ ਜਿਹੇ ਆ ਜਿਨ੍ਹਾਂ ਦਾ ਉਸ ਸੰਘਰਸ਼ ਨਾਲ ਕੋਈ ਤਾਲਮੇਲ, ਕੋਈ ਸੰਪਰਕ ਹੀ ਨਹੀਂ ਸੀਗਾ। ਉਸ ਤੋਂ ਇਲਾਵਾ ਜਿਹੜੇ ਬਾਕੀ ਨਾਵਾਂ ਦੀ ਗੱਲ ਕੀਤੀ ਜਾਵੇ, ਪਹਿਲਾ ਨਾਮ ਹੈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਜਾਫਤਾ ਨੇ ਔਰ ਉਹਨਾਂ ਦੀ ਫਾਂਸੀ ਮੁਆਫੀ ਜਾਂ ਉਮਰ ਕੈਦ ਦੇ ਸਬੰਧ ਦੇ ਵਿੱਚ ਅਜੇ ਸੁਪਰੀਮ ਕੋਰਟ ਜਾਂ ਭਾਰਤ ਸਰਕਾਰ ਕੋਈ ਨਿਰਣਾ ਹੀ ਨਹੀਂ ਲੈ ਸਕੀ। ਉਹ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਤੇ ਸਰਕਾਰ ਦੇ ਵਿਚਾਲੇ ਖੱਤੋ ਕਿਤਾਬ ਚੱਲ ਰਹੀ ਆ। ਦੂਜੀ ਗੱਲ, ਉਸ ਤੋਂ ਬਾਅਦ ਜਿਹੜਾ ਹੈਗਾ ਗੁਰਦੀਪ ਸਿੰਘ ਖੇੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਨਾ ਗੁਰਦੀਪ ਸਿੰਘ ਖੇੜਾ ਨੂੰ ਸਰਕਾਰ ਨੇ ਰਿਹਾ ਕੀਤਾ ਪੱਕੇ ਤੌਰ ਤੇ ਔਰ ਨਾ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ। ਜਿਹੜੇ ਗੁਰਦੀਪ ਸਿੰਘ ਖੇੜਾ ਨੇ ਉਹ ਹੁਣ ਪੈਰੋਲ ਤੇ ਚੱਲ ਰਿਹਾ। ਉਹਨਾਂ ਦਾ ਪਿਛਲੇ ਦਿਨੀ ਅੰਮ੍ਰਿਤਸਰ ਦੇ ਜਿਹੜਾ ਹਸਪਤਾਲ ਦੇ ਵਿੱਚ ਇੱਕ ਦਿਲ ਦਾ ਆਪਰੇਸ਼ਨ ਵੀ ਹੋਇਆ, ਉਹ ਜੇਰੇ ਇਲਾਜ ਨੇ, ਉਹਨਾਂ ਨੂੰ ਵੀ ਰਿਹਾ ਨਹੀਂ ਕੀਤਾ। ਦਵਿੰਦਰਪਾਲ ਸਿੰਘ ਭੁੱਲਰ ਦੀ ਤਾਂ ਜਿਹੜੀ ਕੇਂਦਰ ਸਰਕਾਰ ਨਾਲ ਜੁੜੇ ਜਿਹੜੇ ਧਿਰਾਂ ਨੇ ਉਹਨਾਂ ਦੇ ਬੁਲਾਰੇ, ਉਹ ਇਹ ਕਹਿ ਰਹੇ ਆ ਕਿ ਉਹਦੇ ਨਾਲ ਸੰਬੰਧ ਜਿਹੜਾ ਉਹ ਕੇਜਰੀਵਾਲ ਸਰਕਾਰ ਦਾ ਜੁੜਦਾ ਕਿਉਂਕਿ ਦਿੱਲੀ ਦੀ ਜੇਲ੍ਹ ਵਿੱਚ ਬੰਦ ਨੇ। ਪਰ ਗੁਰਦੀਪ ਸਿੰਘ ਖੇੜਾ
ਦੀ ਰਿਹਾਈ ਦੇ ਵਿੱਚ ਕਿਹੜੀ ਸਰਕਾਰ ਅੜਿੱਕਾ ਹੈ? ਵੀ ਭਾਰਤ ਸਰਕਾਰ ਦੇ ਜੇ ਨਾਲ ਜੁੜੇ ਜਿਹੜੇ ਬੁਲਾਰੇ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ। ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਆ ਉਹਦੀ ਹੋਣੀ ਦਾ ਫੈਸਲਾ ਕਿਉਂ ਨਹੀਂ ਹੋ ਰਿਹਾ? ਇੰਨੇ ਸਾਲਾਂ ਤੋਂ ਉਹਨਾਂ ਦੀ ਪਟੀਸ਼ਨ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਪਾਈ ਸੀ ਉਹਨਾਂ ਦੀ ਫਾਂਸੀ ਮਾਫੀ ਦੇ ਲਈ, ਉਸ ਪਟੀਸ਼ਨ ਦੇ ਉੱਤੇ ਕੋਈ ਸਪਸ਼ਟ ਨਿਰਣਾ ਕਿਉਂ ਨਹੀਂ ਹੋ ਰਿਹਾ? ਰਾਜੋਆਣਾ ਕਈ ਵਾਰ ਕਹਿ ਚੁੱਕੇ ਆ ਕਿ ਮੈਨੂੰ ਇੱਕ ਬੰਨੇ ਲਾਓ, ਜੇ ਮੈਨੂੰ ਫਾਹੇ ਲਾਉਣਾ ਫਾਹੇ ਲਾਓ, ਜੇ ਮੈਨੂੰ ਉਮਰ ਕੈਦ ਦੇਣੀ ਉਮਰ ਕੈਦ ਦਿਓ। ਅਜੇ ਤੱਕ ਉਹਨਾਂ ਬਾਰੇ ਕੋਈ ਨਿਰਣਾ ਨਹੀਂ ਹੋ ਰਿਹਾ। ਸੋ ਸਾਰੀਆਂ ਚੀਜ਼ਾਂ ਇੱਕ ਦੂਜੇ, ਸਾਰੀਆਂ ਧਿਰਾਂ ਇੱਕ ਦੂਜੇ ਦੇ ਸਿਰ ਤੇ ਮੜ ਕੇ ਤੇ ਆਪ ਸੁਰਖਰੂ ਹੋਣਾ ਚਾਹੁੰਦੀਆਂ, ਪਰ ਇਦਾਂ ਸੁਰਖਰੂ ਨਹੀਂ ਹੋਇਆ ਜਾਣਾ। ਇਹ ਅਮਲਾਂ ਨਾਲ ਨਿਬੇੜੇ ਹੋਣੇ ਆ। ਚਲੋ, ਇੱਕ ਧਿਰ ਹੈਗੀ ਆ ਕੋਈ ਪੋਲੀਟੀਕਲ ਧਿਰ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਇਹਨਾਂ ਦੇ ਹੱਕ ਵਿੱਚ ਹੈ? ਕਿਹਨਾਂ ਦੇ ਹੱਕ ਦੇ ਵਿੱਚ? ਮੋਰਚੇ ਦੀਆਂ ਮੰਗਾਂ ਦੇ ਹੱਕ ਵਿੱਚ ਇੱਕ ਪੋਲੀਟੀਕਲ ਧਿਰ। ਦੇਖੋ ਕੇਪੀ ਜੀ, ਗੱਲ ਇਹ ਆ ਕਿ ਰਾਜਨੀਤੀ ਜਿਹੜੀ ਹੈ ਨਾ, ਇਹ ਮੌਕਾ ਪ੍ਰਸਤੀ ਦਾ ਨਾ, ਰਾਜਨੀਤੀ ਦੇ ਵਿੱਚ ਕੋਈ ਕਿਸੇ ਹੱਕ ਜਾਂ ਕਿਸੇ ਦੇ ਵਿਰੋਧ ਚ ਨਹੀਂ ਹੁੰਦਾ। ਜਦੋਂ ਕਿਸੇ ਨੂੰ ਆਪਣੇ ਸਿਆਸੀ ਮੁਫਾਦ ਕਿਥੋਂ ਨਜ਼ਰ ਆਉਂਦੇ ਆ, ਸਿਆਸੀ ਰੋਟੀਆਂ ਸੇਕਦੀਆਂ ਨਜ਼ਰ ਆਉਂਦੀਆਂ, ਉਹਦੇ ਹੱਕ ਚ ਹੋ ਜਾਂਦਾ। ਜਦੋਂ ਉਹਨੂੰ ਨਹੀਂ ਨਜ਼ਰ ਆਉਂਦਾ, ਉਹ ਵਿਰੋਧ ਚ ਹੋ ਜਾਂਦਾ। ਸੋ ਇਹ ਸਿਆਸੀ ਧਿਰਾਂ ਤੋਂ ਤਵੱਕੋ ਕਰਨੀ ਜਿਹੜੀ ਆ ਉਹ ਵਾਜਬ ਨਹੀਂ ਹੈਗੀ ਕਿ ਉਹ ਕਿਸੇ ਧਿਰ ਦੇ ਨਾਲ ਪ੍ਰਤੀਬੱਧਤਾ ਨਾਲ ਜੁੜ ਸਕਣ। ਤੁਸੀਂ ਸਾਰਾ ਕੁਝ ਹੀ ਤੋਲਤਾ ਵੋਟ ਬੈਂਕ ਦੀ ਪੋਲਿਟਿਕਸ ਵਿੱਚ ਬੁੱਟਰ ਸਾਹਿਬ। ਮੈਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਕਿ ਮੋਰਚੇ ਦਾ ਟਾਈਮ ਪੂਰਾ, ਵਾਪਸ ਆ ਰਿਹਾ। ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਕੌਮੀ ਇਨਸਾਫ ਮੋਰਚੇ ਬਾਬਤ ਅਦਾਲਤੀ ਚੇਤਾਵਨੀ ਤੇ ਸੰਬੰਧਿਤ ਧਿਰਾਂ ਦਾ ਐਕਸ਼ਨ ਪਲਾਨ ਕੀ ਹੈ? ਕੁਲਦੀਪ ਸਿੰਘ ਧਾਲੀਵਾਲ, ਸੈਂਟਰ ਗਵਰਨਮੈਂਟ ਦੇ ਅਧਿਕਾਰ ਖੇਤਰ ਵਿੱਚ ਕਿੰਨੇ ਬੰਦੀ ਸਿੰਘ ਆਉਂਦੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਤੇ ਜਿਨ੍ਹਾਂ ਬਾਰੇ ਸੈਂਟਰ ਗਵਰਨਮੈਂਟ ਫੈਸਲਾ ਲੈ ਸਕਦੀ ਹੈ? ਮੈਂ ਤੁਹਾਡੇ ਵਿਵੇਕ ਤੇ ਇਹ ਸਵਾਲ ਛੱਡ ਰਿਹਾ, ਜੇ ਕਹੋਗੇ ਤਾਂ ਮੈਂ ਲਿਸਟ ਵੀ ਸਾਰੀ ਗਿਣਾ ਦੂੰਗਾ। ਦੇਖੋ, ਮੇਰੇ ਕੋਲੇ ਜਿਹੜਾ ਦਾ ਨੋਟੀਫਿਕੇਸ਼ਨ ਹੋਇਆ ਸੀ 9 ਜਾਣਿਆਂ ਦਾ, ਉਹ ਚੋਂ 7 ਛੱਡੇ ਜਾ ਚੁੱਕੇ ਆ, 2 ਜਾਣੇ ਰਹਿ ਗਏ ਸੀ, ਜਿਨ੍ਹਾਂ ਚੋਂ ਇੱਕ ਮੇਨਲੀ ਪ੍ਰੋਫੈਸਰ ਜਵਿੰਦਰਪਾਲ ਸਿੰਘ ਭੁੱਲਰ ਹੈ। ਉਸ ਦੇ ਵਿੱਚ ਫਿਰ ਐਡ ਹੋਈ ਲਿਸਟ, 22 ਦੀ ਲਿਸਟ ਹੋ ਗਈ ਟੋਟਲ। ਹੁਣ ਜਿਹੜੀ ਅਧਿਕਾਰ ਖੇਤਰ ਦੀ ਗੱਲ ਹੈ, ਸੈਂਟਰ ਗਵਰਨਮੈਂਟ ਦਾ ਅਧਿਕਾਰ ਸਿਰਫ ਉਹਨਾਂ ਨੇ ਕਹਿਤਾ ਵੀ ਹਾਂ ਠੀਕ ਹੈ ਇਹਨਾਂ ਨੂੰ ਛੱਡਿਆ ਜਾ ਸਕਦਾ। ਉਦੋਂ ਬਾਅਦ ਰਾਜ ਸਰਕਾਰ ਨੇ ਜਿਹੜਾ ਕੰਮ ਕਰਨਾ ਹੁੰਦਾ, ਕਿਤੇ ਵੀ ਉਹਨੇ ਦੱਸਣਾ ਹੁੰਦਾ ਜਿਹੜਾ ਉਹਨਾਂ ਦਾ ਨੇਟਿਵ ਪਲੇਸ ਆ, ਵੀ ਹਾਂ ਭਾਈ ਇੱਥੇ ਜਿਹੜੀ ਹੈਗੀ ਹੈ ਕੋਈ ਪ੍ਰੋਬਲਮ ਨਹੀਂ। ਔਰ ਹਰ ਵਾਰ ਮੈਂ ਜਿਵੇਂ ਪਹਿਲਾਂ ਵੀ ਕਿਹਾ, ਮਾਲੀ ਸਾਹਿਬ ਨੇ ਹੱਲ ਦਿੱਤਾ, ਉਹਨਾਂ ਨੇ ਆਪਦੀ ਸਪੀਚ 'ਚ ਹੀ ਕਹਿਤਾ ਕਿ ਵਿਧਾਨ ਸਭਾ 'ਚ ਪਤਾ ਹੀ ਪਾ ਦਿਓ ਵੀ ਸਾਡੇ ਕੋਈ ਪ੍ਰੋਬਲਮ ਨਹੀਂ ਆਉਂਦੀ, ਪਰ ਉਹ ਕਦੇ ਨਹੀਂ ਪਾਉਣਗੇ। ਉਹ ਉੱਥੋਂ ਕਿਸੇ ਦੇ ਸਿਰ ਤੇ ਤਾਲ ਦਿੰਦੇ ਆ। ਧਾਲੀਵਾਲ ਸਾਹਿਬ, ਜਦੋਂ ਤੁਸੀਂ ਅਕਾਲੀ ਬੀਜੇਪੀ ਤੁਹਾਡੀ ਸਾਂਝੀ ਸਰਕਾਰ ਸੀ ਧਾਲੀਵਾਲ ਸਾਹਿਬ, ਕਿ ਉਦੋਂ ਇਹੋ ਜਿਹਾ ਇਸ਼ੂ ਆਇਆ ਸੀਗਾ ਜਵਿੰਦਰਪਾਲ ਭੁੱਲਰ ਦਾ ਕਿ ਉਦੋਂ ਪੰਜਾਬ ਦੇ ਵਿੱਚ ਖਤਰਾ ਹੋ ਸਕਦਾ ਹੈ, ਇਸ ਲਈ ਉਹਨਾਂ ਨੂੰ ਇੱਥੇ ਨਾ ਲਿਆਂਦਾ ਜਾਵੇ, ਸ਼ਿਫਟ ਨਾ ਕੀਤਾ ਜਾਵੇ? ਕੋਈ ਇਹੋ ਜਿਹੀ ਗੱਲ ਹੋਈ ਸੀ ਧਾਲੀਵਾਲ ਸਾਹਿਬ ਜਾਂ ਐਵੇਂ ਅਫਵਾਹਾਂ ਹੋਈਆਂ? ਨਹੀਂ, ਦੇਖੋ ਉਸ ਵੇਲੇ ਜਦੋਂ ਵਾਜਪਾਈ ਸਾਹਿਬ ਨੇ ਚਿੱਠੀ ਲਿਖੀ ਸੀ ਬਾਦਲ ਸਾਹਿਬ ਨੂੰ, ਉਸ ਵੇਲੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਨਾਲ ਸਮੱਸਿਆ ਆ ਸਕਦੀ ਹੈ ਪੰਜਾਬ ਦੀ। ਉਹਦੇ ਕਿੰਨੇ ਮਨਾ ਕੀਤਾ ਸੀਗਾ? ਕਿੰਨੇ ਮਨਾ ਕੀਤਾ ਸੀ? 2015-16 ਦੀ ਨਾ 2000 ਇਹਦੀ ਗੱਲ ਹੈ, ਪਹਿਲਾਂ ਦੀ ਗੱਲ ਹੈ ਜਿਹੜੀ ਸੀਗੀ ਜੋ ਚਿੱਠੀ ਲਿਖੀ ਸੀ ਵਾਜਪਾਈ ਸਾਹਿਬ ਨੇ। ਤੇ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਆ ਕੇ ਜਿਹੜਾ ਹੈਗਾ ਇਹ 19 ਦੇ ਵਿੱਚ ਨੋਟੀਫਿਕੇਸ਼ਨ ਕੀਤਾ। ਮੈਂ ਵਿਸ਼ਾ ਜਿਹੜੀ ਹੈਗੀ ਇੱਥੋਂ ਰਾਜ ਸਰਕਾਰ ਨਾ ਜਿਹੜੀ ਕੋਈ ਹੋਵੇ ਭਾਵੇਂ, ਉਹ ਜਿੰਨਾ ਚਿਰ ਗੰਭੀਰ ਨਹੀਂ ਹੁੰਦੀ ਉਹ ਨਹੀਂ ਲਿਖ ਕੇ ਦਿੰਦੀ ਕਿ ਸਾਡੀ ਜ਼ਿੰਮੇਵਾਰੀ ਹੈ, ਕੋਈ ਨਹੀਂ ਹੁੰਦਾ। ਧਾਲੀਵਾਲ ਸਾਹਿਬ, ਫਿਰ ਤਾਂ ਚਲੋ ਧਾਲੀਵਾਲ ਸਾਹਿਬ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ। ਮੈਂ ਬਹੁਤ ਸੰਜੀਦਗੀ ਨਾਲ ਤੁਹਾਨੂੰ ਸਾਰਿਆਂ ਨੂੰ ਸੁਣ ਰਿਹਾ। ਧਾਲੀਵਾਲ ਸਾਹਿਬ, ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਤੁਹਾਡਾ ਕੋਈ ਰੋਲ ਨਹੀਂ ਹੈ? ਨਹੀਂ, ਕੇਂਦਰ ਸਰਕਾਰ ਨੇ ਤਾਂ ਜਦੋਂ ਯਾਰ ਨੋਟੀਫਿਕੇਸ਼ਨ ਕੇਪੀ ਇੱਕ ਸਾਫ਼ ਗੱਲ ਹੈ, ਮੈਂ ਵਕੀਲ ਸਾਹਿਬ ਬੋਲ ਰਹੇ ਸੀ, ਮੈਂ ਬੋਲਿਆ ਨਹੀਂ। ਉਹਨਾਂ ਨੇ ਕੇਂਦਰ ਸਰਕਾਰ ਨੇ ਜਿਹੜਾ ਪ੍ਰਧਾਨ ਮੰਤਰੀ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਰਿਹਾ ਕਰਨ ਦਾ, ਤੇ ਉਹਦੇ ਬਾਵਜੂਦ ਜਿਹੜੀ ਥਲੜੀ ਕਾਨੂੰਨੀ ਚਾਰਾਜੋਈ ਹੈ ਉਹ ਤੇ ਰਾਜ ਸਰਕਾਰ ਜਿਹੜੀ ਉਹ ਵਾਰ-ਵਾਰ ਕੇਂਦਰੀ ਏਜੰਸੀ ਦਾ ਕਿਸੇ ਦਾ ਕੋਈ ਰੋਲ ਨਹੀਂ? ਧਾਲੀਵਾਲ ਸਾਹਿਬ, ਕੇਂਦਰੀ ਏਜੰਸੀ ਦਾ ਕੋਈ ਰੋਲ ਨਹੀਂ? ਕੇਂਦਰੀ ਏਜੰਸੀ ਦੇ ਸਿਰਫ ਮੈਂਬਰ ਆ ਉਹਦੇ ਵਿੱਚ, ਉਹਦਾ ਬੋਰਡ ਦਾ ਡਾਇਰੈਕਟਰ ਉਹਨਾਂ ਦਾ, ਤਿਹਾੜ ਜੇਲ੍ਹ ਉਹਨਾਂ ਦੀ ਹੈ, ਔਰ ਇੱਥੋਂ ਲੋਕਲ ਵੀ ਜਿਹੜਾ ਲਿਖ ਕੇ ਗਿਆ ਉਹ ਵੀ ਰਾਜ ਸਰਕਾਰ ਵੀ ਉਹਨਾਂ ਦੀ ਹੈ। ਚਲੋ, ਉਹ ਮੈਂ ਤੁਹਾਨੂੰ ਵੀ ਤੁਹਾਡੇ ਦਰਸ਼ਕਾਂ ਨੂੰ ਦੱਸਿਆ ਮੌਕਾ ਉਡੀਕ ਰਹੇ ਆ, ਜਿੱਦੇ ਮੌਕਾ ਆ ਗਿਆ ਤੁਹਾਡੇ ਸਾਹਮਣੇ ਦਮਗਜੇ ਮਾਰਨਗੇ ਵੀ ਕੇਂਦਰ ਸਰਕਾਰ ਨਹੀਂ ਰਹੀ ਸੀ, ਅਸੀਂ ਇਨਸਾਫ ਤੋਹਫਾ ਦੇਤਾ। ਕੌਣੀ ਸਾਹਿਬ, ਅਕਾਲੀ ਬੀਜੇਪੀ ਸਰਕਾਰ ਵੇਲੇ ਕੀ ਕੋਈ ਮਨਾਹੀ ਹੋਈ ਸੀ ਮਿਸਟਰ ਭੁੱਲਰ ਦੇ ਮਾਮਲੇ ਵਿੱਚ? ਨਹੀਂ ਜੀ, ਹੁਣ ਤੁਸੀਂ ਦੇਖੋ, ਪਹਿਲੀ ਗੱਲ ਤਾਂ ਵਾਜਪਾਈ ਸਾਹਿਬ ਦੀ ਗਵਰਨਮੈਂਟ ਹੈ ਜਿਹੜੀ ਉਹ 4 ਤੱਕ ਰਹੀ ਹੈ, ਤੇ ਇਹ ਗੱਲ 11 ਕਿ 14 ਦੀ ਕਰੀ ਜਾਂਦੇ ਆ ਧਾਲੀਵਾਲ ਸਾਹਿਬ।
ਦੂਜੀ ਗੱਲ ਇਹ ਹੈ ਵੀ ਚਲੋ ਇਹ ਦੂਜੀਆਂ ਰਾਜ ਸਰਕਾਰਾਂ ਦੀ ਬੇਸ਼ੱਕ ਗੱਲ ਕਰਦੇ ਆ, ਡਿਊਟੀ ਬਾਰੇ ਦੱਸਦੇ ਨੇ, ਡਿਊਟੀ ਤਾਂ ਇਹਨਾਂ ਦਾ ਹੀ ਹੈ ਸਾਰਾ ਕੁਝ। ਚਲੋ ਉੱਥੇ ਯੂਟੀ ਵਾਲਾ ਸਵਾਲ ਤੁਹਾਡਾ ਜਾਇਜ਼, ਕੌਣੀ ਸਾਹਿਬ ਤੁਹਾਡਾ ਯੂਟੀ ਵਾਲਾ ਸਵਾਲ ਜਾਇਜ਼ ਹੈ। ਮੈਂ ਤਾਂ ਇੱਕ ਸਿੰਪਲ ਸਵਾਲ ਕਰ ਰਿਹਾ, ਅਕਾਲੀ ਭਾਜਪਾ ਸਰਕਾਰ ਵੇਲੇ ਕਿ ਦਵਿੰਦਰਪਾਲ ਭੁੱਲਰ ਦੇ ਮਸਲੇ ਵਿੱਚ ਕੋਈ ਅੜਿੱਕਾ ਪਿਆ ਸੀ ਸਟੇਟ ਚੋਂ ਜਾਂ ਨਹੀਂ ਸਰ? ਮੇਰੇ ਹਿਸਾਬ ਨਾਲ ਕੋਈ ਦਿੱਕਤ ਨਹੀਂ ਪਈ। ਚਲੋ ਠੀਕ ਹੈ, ਤੁਹਾਡੇ ਹਿਸਾਬ ਨਾਲ ਕੋਈ ਨਹੀਂ ਪਿਆ, ਇਹਨਾਂ ਹਿਸਾਬ ਨਾਲ ਥੋੜਾ ਜਿਹਾ ਹੈਗਾ। ਮੈਂ ਸਾਰੀਆਂ ਗੱਲਾਂ ਕਲੀਅਰ ਕਰਨਾ ਮੇਰੀ ਚਾਹੁੰਦਾ। ਜਾਣਕਾਰੀ, ਮੈਂ ਹੁਣ ਝੂਠ ਤਪਾਉਣ ਮਾਰਦੇ ਆ ਉਹਦਾ ਕੋਈ ਫਾਇਦਾ ਨਹੀਂ। ਨਹੀਂ ਠੀਕ ਹੈ, ਕੌਣੀ ਸਾਹਿਬ ਝੂਠ ਬੋਲਣਾ ਵੀ ਨਹੀਂ ਚਾਹੀਦਾ ਸਰ, ਲੋਕ ਫੜ ਲੈਂਦੇ ਆ ਸਰ, ਝੂਠ ਬੋਲਣਾ ਵੀ ਨਹੀਂ ਚਾਹੀਦਾ। ਤੁਹਾਡੀ ਗੱਲ ਬਿਲਕੁਲ ਠੀਕ। 14-15 ਕਹਿੰਦਾ ਮਾਫੀ ਚਾਹਣਾ, ਤੁਸੀਂ ਸੁਣਿਆ ਨਹੀਂ ਕੌਣੀ ਸਾਹਿਬ, ਮੈਂ ਉਹ ਸੰਨ ਦੀ ਗਲਤੀ ਬੋਲੀ। ਚਲੋ ਗੁਰਸ਼ਰਨ ਸਿੰਘ, ਮਿਸਟਰ ਭੁੱਲਰ ਦੇ ਮਾਮਲੇ ਵਿੱਚ ਤੁਸੀਂ ਸਵਾਲ ਚੁੱਕਿਆ ਇਹ ਕਿ ਕੇਂਦਰੀ ਏਜੰਸੀਆਂ ਦਾ ਰੋਲ ਹੈ, ਦਿੱਲੀ ਸਰਕਾਰ ਦਾ ਰੋਲ ਹੈ। ਧਾਲੀਵਾਲ ਸਾਹਿਬ ਨੇ ਕਿਹਾ ਕਿ ਉਹਦੇ ਵਿੱਚ ਅਸੀਂ ਮੈਂਬਰ ਹਾਂ, ਸਾਡੇ ਸਰਕਾਰ ਦਾ ਨੋਟੀਫਿਕੇਸ਼ਨ ਹੈ। ਇੱਕ ਦਵਿੰਦਰਪਾਲ ਭੁੱਲਰ ਦੇ ਮਾਮਲੇ ਵਿੱਚ ਅਕਾਲੀ ਬੀਜੇਪੀ ਗਵਰਨਮੈਂਟ ਨਾਲ ਕੋਈ ਅੜਿੱਕਾ ਆਇਆ ਸੀਗਾ? ਇਹ ਤਿੰਨ ਚੀਜ਼ਾਂ ਸਾਫ਼ ਕਰ ਦਿਓ ਮਿਸਟਰ ਗੁਰਸ਼ਰਨ ਸਿੰਘ। ਦੇਖੋ, ਜਿਹੜੀਆਂ ਏਜੰਸੀਆਂ ਨੇ ਉਹ ਸੈਂਟਰ ਦੇ ਥੱਲੇ ਹੁੰਦੀਆਂ ਨੇ, ਨਾ ਕਿ ਸਟੇਟ ਗਵਰਨਮੈਂਟ ਦੇ ਥੱਲੇ। ਆਈਬੀ ਦੀ ਜਿਹੜੀ ਰਿਪੋਰਟ ਆਉਣੀ ਹੈ ਉਹ ਸੈਂਟਰ ਦੇ ਥੱਲੋਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਰਿਪੋਰਟ ਦੇਣੀ ਹੈ। ਉਸ ਤੋਂ ਬਾਅਦ ਜਿਹੜਾ ਦੂਸਰਾ ਕੁਐਸਚਨ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਦੋਨੇ ਸਰਕਾਰਾਂ ਵੱਲੋਂ, ਜਦੋਂ ਇਹ ਕੁਲਦੀਪ ਸਿੰਘ ਧਾਲੀਵਾਲ ਨੇ ਕਲੀਅਰ ਕਰ ਚੁੱਕੇ ਆ ਕਿ ਉਹਦੇ ਚ ਜਿਹੜੇ ਓਨਰ ਜਿਹੜੇ ਉਸ ਟਾਈਮ ਦੇ ਸੀਐਮ ਸੀਗੇ ਉਹਨਾਂ ਨੇ ਰਿਪੋਰਟ ਭੇਜੀ ਹੈ ਕਿ ਜੇ ਬੰਦੀ ਸਿੰਘਾਂ ਨੂੰ ਰਿਹਾਈ ਕਰ ਰਹੇ ਹੋ ਤਾਂ ਸਾਨੂੰ ਪੰਜਾਬ 'ਚ ਹਾਲਾਤ ਖਰਾਬ ਹੋ ਜਾਣਗੇ। ਇਹ ਤਾਂ ਇਹਨਾਂ ਨੇ ਆਪ ਹੀ ਕਲੀਅਰ ਕਰ ਦਿੱਤਾ। ਸੋ ਉਦੋਂ ਇਹਨਾਂ ਦੀ ਆਪ ਦੀ ਦੋਨਾਂ ਦੀ ਗਵਰਨਮੈਂਟ ਹੈਗੀ ਸੀਗੀ, ਬੀਜੇਪੀ ਔਰ ਅਕਾਲੀ ਦਲ ਦੋਨਾਂ ਦੀ ਗਵਰਨਮੈਂਟ ਹੈਗੀ ਸੀਗੀ। ਸੋ ਇਸ ਕਰਕੇ ਇਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਕਿ ਇਹਨਾਂ ਸਰਕਾਰਾਂ ਦੇ ਹੱਥਾਂ 'ਚ ਸਾਰਾ ਕੁਝ ਹੈਗਾ ਸੀ, ਇਹਨਾਂ ਨੇ ਨਹੀਂ ਕੀਤਾ। ਹੁਣ ਅੱਜ ਆਪਾਂ ਜਿੰਨਾ ਮਰਜ਼ੀ ਲੋਕਾਂ ਤੋਂ ਸਾਈਨ ਕਰਵਾ ਕੇ ਸੈਂਟਰ ਤੱਕ ਗੱਲਾਂ ਪਹੁੰਚਾਈਏ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ, ਪਰ ਜਦੋਂ ਸਾਡੇ ਪੈਨ 'ਚ ਪਾਵਰ ਸੀਗੀ ਉਦੋਂ ਅਸੀਂ ਕਿਉਂ ਨਹੀਂ ਸਟੈਪ ਲਏ? ਇਹ ਸਟੈਪ ਉਦੋਂ ਲੈਣੇ ਚਾਹੀਦੇ ਸੀਗੇ। ਠੀਕ ਠੀਕ। ਬੁੱਟਰ ਸਾਹਿਬ, ਹੁਣ ਮਸਲਾ ਇਹ ਆ ਗਿਆ ਕਿ ਜਿਹੜਾ ਤੁਸੀਂ ਸਵਾਲ ਚੁੱਕਦੇ ਪਏ ਸੀਗੇ ਕਿ ਸਿਆਸਤ ਆਪਦੇ ਹਿਸਾਬ ਨਾਲ ਚੱਲਦੀ ਹੈ, ਇਹ ਵਾਕਈ ਸਿਆਸਤ ਉਸ ਹਿਸਾਬ ਨਾਲ ਹੀ ਚੱਲੂਗੀ, ਫਿਰ ਸਾਨੂੰ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਮਿਸਟਰ ਬੁੱਟਰ। ਦੇਖੋ, ਸਿਆਸਤ ਨੇ ਤੇ ਵੋਟ ਲਈ ਸੱਤਾ ਤੇ ਸੱਤਾ ਲਈ ਵੋਟ, ਇਹੀ ਇੱਕ ਨੁਕਾਤੀ ਏਜੰਡਾ ਬਣ ਕੇ ਰਹਿ ਗਿਆ। ਹਾਲਾਂਕਿ ਜੇ ਸਿਆਸਤ ਨੂੰ ਉਹਦੀ ਪਰਿਭਾਸ਼ਾ ਦੇ ਨਾਲ ਵੇਖੀਏ ਤਾਂ ਫਿਰ ਤੇ ਬੜੀ ਵਿਆਪਕ ਹੈ ਸਿਆਸਤ, ਪਰ ਜੋ ਅੱਜ ਕੱਲ ਚੱਲਣ ਚੱਲ ਰਿਹਾ ਮੈਂ ਉਹਦੀ ਗੱਲ ਕਰ ਰਿਹਾ ਸੀ। ਕਿਉਂਕਿ ਇੱਥੇ ਹਰ ਇੱਕ ਨੇ ਆਪਣੀਆਂ ਵੋਟਾਂ ਵੇਖਣੀਆਂ, ਜਦੋਂ ਜਿੱਧਰੋਂ ਉਹਨਾਂ ਨੂੰ ਵੋਟਾਂ ਨਜ਼ਰ ਆਉਂਦੀਆਂ ਉਹਨਾਂ ਨੇ ਉਧਰ ਪਾਲੇ 'ਚ ਪੈ ਜਾਣਾ। ਕਦੇ ਵੀ ਸਿਆਸਤਦਾਨ ਲੋਕ ਤੱਕੜੀ ਦੇ ਇੱਕ ਪਾਸੇ ਪੈ ਕੇ ਜਿਹੜਾ ਉਹਦਾ ਵਜਨ ਨਹੀਂ ਵਧਾਉਂਦੇ ਹੁੰਦੇ, ਇਹ ਤੇ ਮੌਕਾ ਪ੍ਰਸਤੀ ਦੀ ਖੇਡ ਆ। ਸੋ ਇਸ ਕਰਕੇ ਦੂਜੀ ਗੱਲ ਤੁਸੀਂ ਗੱਲ ਕੀਤੀ ਆ ਕਿ ਆਪਣੀ ਡਿਬੇਟ ਦਾ ਫਿਰ ਕੋਈ ਅਰਥ ਹੀ ਨਹੀਂ। ਏਦਾਂ ਵੀ ਨਹੀਂ ਹੁੰਦਾ ਕਿ ਜਦੋਂ ਸਿਆਸਤ ਆਪਣੇ ਜਿਹੜੇ ਬੁਨਿਆਦੀ ਅਸੂਲ ਨੇ ਉਹਨਾਂ ਨੂੰ ਗਵਾ ਬੈਠਦੀ ਆ ਜਾਂ ਆਪਣੇ ਜਿਹੜੇ ਫਰਜ਼ ਆ ਉਹ ਅਦਾ ਕਰਨ ਤੋਂ ਭੱਜਦੀ ਆ, ਤਾਂ ਫਿਰ ਲੋਕ ਜਿਹੜੇ ਆ, ਲੋਕਾਂ ਕੋਲ ਤਾਕਤ ਹੈਗੀ ਆ, ਲੋਕ ਉਹਦਾ ਸਿਆਸਤ ਨੂੰ ਜਾਂ ਸਰਕਾਰਾਂ ਨੂੰ। ਬੁੱਟਰ ਸਾਹਿਬ, ਮੈਂ ਤੁਹਾਡੇ ਸਵਾਲ ਤੇ ਵਾਪਸ ਆ ਰਿਹਾ। ਬੁੱਟਰ ਸਾਹਿਬ, ਤੁਹਾਡੇ ਸਵਾਲ ਤੇ ਵਾਪਸ ਆ ਰਿਹਾ। ਲੋਕਾਂ ਕੋਲੇ ਤਾਕਤ ਹੈਗੀ ਹੈ, ਕੌਮ ਕੋਲੇ ਤਾਕਤ ਹੈਗੀ ਹੈ, ਉਸ ਤਾਕਤ ਦਾ ਇਸਤੇਮਾਲ ਇਹ ਮੋਰਚਾ ਨਹੀਂ ਕਰ ਪਾ ਰਿਹਾ, ਉਸ ਤਾਕਤ ਨੂੰ ਇਕੱਠਾ ਨਹੀਂ ਕਰ ਪਾ ਰਿਹਾ, ਇਸ ਕਰਕੇ ਮੋਰਚੇ ਤੇ ਸਵਾਲ ਉੱਠਦੇ ਪਏ ਆ ਮਿਸਟਰ ਬੁੱਟਰ। ਨਹੀਂ, ਦੇਖੋ, ਗੱਲ ਸਵਾਲ ਉੱਠਣੇ ਇੱਕ ਅਲੱਗ ਮੈਟਰ ਆ, ਔਰ ਜਿਹੜਾ ਮੋਰਚਾ ਸਰਕਾਰ ਦੇ ਉੱਤੇ ਦਬਾਅ ਵਾਲੀ ਗੱਲ ਹੈ ਉਹ ਇੱਕ ਵੱਖਰਾ ਪਹਿਲੂ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮੋਰਚੇ ਨੂੰ ਮੇਰੇ ਖਿਆਲ 'ਚ, ਜੇ ਮੈਂ ਗਲਤ ਨਾ ਹੋਵਾਂ, ਤੇ 7-8 ਮਹੀਨੇ ਹੋ ਗਏ ਆ ਲੱਗੇ ਨੂੰ। 7 ਮਹੀਨੇ ਤੋਂ ਜ਼ਿਆਦਾ ਹੋ ਗਏ, 7 ਮਹੀਨੇ ਤੋਂ ਜ਼ਿਆਦਾ ਹੋ ਗਏ। ਜਨਵਰੀ ਦੇ ਵਿੱਚ ਮੋਰਚਾ ਲੱਗਾ ਸੀ। ਬਿਲਕੁਲ, 7 ਜਨਵਰੀ 7 ਅਗਸਤ ਵੀ ਪੂਰੀ ਹੋ ਗਈ। ਹਾਂ, ਜਿਸ ਤਰੀਕੇ ਦੇ ਨਾਲ ਮੋਰਚੇ ਦੀ ਸ਼ੁਰੂਆਤ ਦੇ ਵਿੱਚ ਚੜ੍ਹਤ ਸੀਗੀ, ਉਸ ਤਰੀਕੇ ਦੇ ਨਾਲ ਮੋਰਚੇ ਦੀ ਚਰਚਾ ਜਾਂ ਚੜ੍ਹਤ ਜਾਂ ਉਹਦੀ ਜਿਹੜੀ ਇੱਕ ਪ੍ਰਸੰਗਿਕਤਾ ਉਹ ਅੱਜ ਕਿਤੇ ਨਾ ਕਿਤੇ ਜਿਹੜੀ ਪ੍ਰਭਾਵਹੀਣ ਨਜ਼ਰ ਆ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਤੇ ਮੋਰਚੇ ਦੇ ਪ੍ਰਬੰਧਕਾਂ ਨੂੰ ਵੀ ਇਸ ਚੀਜ਼ ਤੇ ਚਿੰਤਨ ਕਰਨਾ ਚਾਹੀਦਾ ਕਿ ਉਹ ਸਰਕਾਰ ਨੂੰ ਝੁਕਾਉਣ ਲਈ ਜਾਂ ਸਰਕਾਰ ਨੂੰ ਉਹਨਾਂ ਆਪਣੇ ਵੱਲ ਧਿਆਨ ਖਿੱਚਣ ਲਈ ਕਿਉਂ ਨਹੀਂ ਮਜਬੂਰ ਕਰ ਸਕੇ। ਕਿਤੇ ਨਾ ਕਿਤੇ ਤੇ ਕਮੀਆਂ ਹੋਣਗੀਆਂ ਹੀ ਨਾ। ਠੀਕ ਠੀਕ। ਮਾਲੀ ਸਾਹਿਬ, ਫਿਰ ਮੈਨੂੰ ਲੱਗਦਾ ਮਾਲੀ ਸਾਹਿਬ ਪਟੀਸ਼ਨਰ ਦਾ ਥੈਂਕ ਯੂ ਕਰਨਾ ਚਾਹੀਦਾ ਕਿ ਮੋਰਚੇ ਨੂੰ ਦੁਬਾਰਾ ਉਸ ਲਾਈਮਲਾਈਟ ਵਿੱਚ ਲੈ ਕੇ ਆਇਆ ਪਟੀਸ਼ਨਰ। ਜਿਸ ਤਰੀਕੇ ਨਾਲ ਉਹ ਪਟੀਸ਼ਨ ਪਾਈ ਗਈ ਹੈ ਉਸ ਨਾਲ ਸਰਕਾਰ ਨੂੰ ਵੀ ਜਵਾਬ ਦੇਣਾ ਪੈਣਾ ਤੇ ਮੋਰਚੇ ਨੂੰ ਵੀ ਜਵਾਬ ਦੇਣਾ ਪੈਣਾ, ਸਾਰੇ ਜਵਾਬਦੇਹੀ ਤੈਅ ਹੋ ਰਹੀ ਹੈ ਮਾਲੀ ਸਾਹਿਬ। ਫਿਰ ਤਾਂ ਪਟੀਸ਼ਨਰ ਦਾ ਥੈਂਕ ਯੂ ਕਰਦੀ ਹੈ ਮਾਲੀ ਸਾਹਿਬ ਕਿ ਨਹੀਂ ਕਰਨੀ ਚਾਹੀਦੀ? ਨਹੀਂ ਕਰਨਾ ਚਾਹੀਦਾ। ਪਟੀਸ਼ਨਰ ਜਿਹੜਾ ਉਹਨੇ ਇਸ ਮੋਰਚੇ ਨੂੰ ਪੈਰੋਂ ਖੋੜਨ ਦਾ ਤੇ ਇੱਥੋਂ ਖਾੜਨ ਦਾ ਰਾਹ ਸ਼ੁਰੂ ਕੀਤਾ। ਇਹ 'ਚ ਕੋਈ ਧੰਨਵਾਦ ਨਹੀਂ ਕਰਨ ਵਾਲੀ ਉਹਦੀ ਗੱਲ, ਉਹ ਇੱਕ ਵਿਸ਼ੇਸ਼ ਮੰਤਵ ਆ ਉਹਦਾ। ਨਹੀਂ, ਮਾਲੀ ਸਾਹਿਬ ਉਹਨਾਂ ਦੀ ਦਲੀਲ ਹੈ। ਮਾਲੀ ਸਾਹਿਬ ਉਹ ਇਹ ਕਹਿੰਦੇ ਆ ਕਿ ਮੈਂ ਕਿਹੜਾ ਪੋਲੀਟੀਕਲ ਮੋਟੀਵੇਟਡ
ਕੋਈ ਮੈਂ ਕਰ ਰਿਹਾ ਸਾਰਾ ਕੁਝ, ਕਹਿੰਦੇ ਮੈਂ ਬਹੁਤ ਪਹਿਲਾਂ ਮੈਂ ਪਟੀਸ਼ਨਾਂ ਪਾਈਆਂ, ਉਹਨਾਂ ਨੇ ਚੰਗੇ ਚੰਗੇ ਵੱਡੇ ਦੇ ਨਾਮ ਗਿਣਾਇਆ ਸਰ ਜਿਨ੍ਹਾਂ ਵਿਰੁੱਧ ਪਟੀਸ਼ਨਾਂ ਪਾਈਆਂ ਉਹਨਾਂ ਨੇ। ਤੇ ਕਿਸਾਨ ਅੰਦੋਲਨ ਵੇਲੇ ਕੇਂਦਰ ਸਰਕਾਰ ਕਿੰਨੀ ਵਾਰ ਸੁਪਰੀਮ ਕੋਰਟ 'ਚ ਗਈ ਸੀ ਵੀ ਦਖਲ ਦਿਓ ਜੀ, ਤੁਸੀਂ ਦਖਲ ਦਿਓ। ਸੁਪਰੀਮ ਕੋਰਟ ਦੇ ਵਿੱਚ ਕਿਸਾਨ ਨਹੀਂ ਗਏ ਵੀ ਫੈਸਲਾ ਸਿਆਸੀ ਹੋਣਾ, ਸਿਆਸੀ ਤੌਰ ਤੇ ਫੈਸਲਾ ਕਰੋ, ਅਸੀਂ ਸੁਪਰੀਮ ਕੋਰਟ 'ਚ ਜਾਂਦੇ ਨਹੀਂ। ਉਹ ਗੱਲ ਸਾਡੇ ਯਾਦ ਨਹੀਂ ਜੀ। ਦੂਜੀ ਗੱਲ ਅਸਲ ਸਮਝਣ ਦੀ ਸਮੱਸਿਆ ਇਹ ਆ, ਹੁਣ ਤਾਂ ਜੋ ਦਿੱਲੀ ਦਾ ਬਿੱਲ ਪਾਸ ਹੋ ਗਿਆ ਜੀ, ਹੁਣ ਤਾਂ ਕੇਂਦਰ ਸਰਕਾਰ ਦੇ ਅਧੀਨ ਆ ਵੱਡੀ ਗਿਣਤੀ ਇਹਨਾਂ ਕੈਦੀਆਂ ਦੀ। ਦੂਜੀ ਗੱਲ ਇਹ ਸਿਆਸੀ ਕੈਦੀ ਨੇ, ਜਦੋਂ ਸਮਝੌਤਾ ਹੁੰਦਾ ਉਦੋਂ ਸਿਆਸੀ ਫੈਸਲੇ ਲਏ ਜਾਂਦੇ ਨੇ, ਕੋਈ ਨਹੀਂ ਪੁੱਛਦਾ ਵੀ ਕਿਹੜੀ ਏਜੰਸੀ ਨੇ ਕੀ ਰਿਪੋਰਟ ਦਿੱਤੀ ਆ। ਮਨਪ੍ਰੀਤ ਵਿਧਾਨ ਸਭਾ 'ਚ ਬੋਲਿਆ ਸੀ 1978 ਨਿਰੰਕਾਰੀਆਂ ਦਾ ਸੰਮੇਲਨ ਅੰਮ੍ਰਿਤਸਰ ਕਰਾਉਣ ਦੇ ਖਿਲਾਫ ਇੰਟੈਲੀਜੈਂਸ ਦੀ ਰਿਪੋਰਟ, CID ਦੀ ਰਿਪੋਰਟ, ਸਾਰਿਆਂ ਦੀ ਰਿਪੋਰਟ ਵੀ ਨਹੀਂ ਹੋਣ ਦੇਣਾ ਚਾਹੀਦਾ। ਬਾਦਲ ਸਾਹਿਬ ਨੇ ਏਜੰਸੀਆਂ ਨੂੰ ਦੂਰ ਕਰਕੇ ਵਿਧਾਨ ਸਭਾ ਦਾ ਰਿਕਾਰਡ ਆ, ਉਹਨਾਂ ਨੂੰ ਉੱਥੇ ਇਜਾਜ਼ਤ ਦਿੱਤੀ ਸੀ। ਸਮੱਸਿਆ ਕਿੱਥੇ ਆ? 1996 'ਚ ਤੁਸੀਂ ਬਸਪਾ ਨਾਲ ਗਦਾਰੀ ਕਰਕੇ ਬਿਨਾਂ ਗੱਲਬਾਤ ਕੀਤੇ ਸਮਝੌਤਾ ਤੋੜ ਕੇ ਬਿਨਾਂ ਸ਼ਰਤ ਵਾਜਪਾਈ ਦੀ ਹਮਾਇਤ ਕੀਤੀ ਸੀ। ਟੌੜਾ ਸਾਹਿਬ ਉਦੋਂ ਪੰਜਾਬ ਭਵਨ ਬੈਠੇ ਸੀ, ਮੈਂ ਨਾਲ ਸੀ, ਮੱਥੇ ਤੇ ਹੱਥ ਮਾਰਿਆ ਵੀ ਅੱਜ ਲੋੜ ਸੀ ਉਹਨਾਂ ਨੂੰ, ਅੱਜ ਇਹਨਾਂ ਤੋਂ ਮੰਗਾਂ ਮਨਵਾਉਣੀਆਂ ਚਾਹੀਦੀਆਂ ਸੀ। ਤੇ ਮੁੜ ਕੇ ਕਦੇ ਕੋਈ ਮੁੱਦਾ ਨਹੀਂ ਇਹਨਾਂ ਨੇ ਉਹਦੇ ਕੋਲੋਂ ਉਠਾਇਆ। ਰਿਕਾਰਡ ਦੀ ਗੱਲ ਆ KP ਜੀ, ਅਜੀਤ ਹਿੰਦੀ ਦਾ ਉਦਘਾਟਨ ਜਲੰਧਰ, ਉੱਥੇ ਸਾਰੇ ਸੀ, ਟੌੜਾ ਸਾਹਿਬ ਵੀ ਸੀ, ਉੱਥੇ ਬਾਦਲ ਸਾਹਿਬ ਨੇ ਮਿਹਣਾ ਮਾਰਿਆ ਮਨਮੋਹਨ ਸਿੰਘ ਨੂੰ। ਮਨਮੋਹਨ ਸਿੰਘ ਜੀ ਕਦੇ ਪੰਜਾਬ ਦੇ ਦੁੱਖਾਂ ਨੂੰ ਵੀ ਸੁਣ ਲਿਆ ਕਰੋ, ਪੰਜਾਬ ਦੇ ਮਸਲੇ ਵੀ ਹੱਲ ਕਰਿਆ ਕਰੋ। ਕੀਤੀ ਤਾਂ ਬਾਦਲ ਨੇ ਚਲਾਕੀ ਮੋਹਨ ਨੂੰ ਫਸਾਉਣ ਲਈ। ਮਨਮੋਹਨ ਸਿੰਘ ਕਹਿੰਦਾ ਬਾਦਲ ਸਾਹਿਬ ਤੁਸੀਂ ਮੈਨੂੰ ਕਿੰਨੀ ਵਾਰੀ ਮਿਲੇ ਹੋ, ਤੁਸੀਂ ਹਮੇਸ਼ਾ ਆਪਣੇ ਨਿੱਜੀ ਮਸਲੇ ਮੇਰੇ ਸਾਹਮਣੇ ਪੇਸ਼ ਕੀਤੇ ਆ, ਤੁਸੀਂ ਅੱਜ ਤੱਕ ਪੰਜਾਬ ਦਾ ਕੌਮ ਦਾ ਇੱਕ ਮਸਲਾ ਮੇਰੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ? ਇਹ ਰਿਕਾਰਡ ਦੀ ਗੱਲ ਆ। ਸੋ ਇਹ ਜਿਹੜੀਆਂ ਗੱਲਾਂ ਕਰਦੇ ਨੇ, ਮੈਂ ਕਹਿੰਦਾ ਇਹ ਉਹੀ ਸਰਕਾਰ ਆ ਜਦੋਂ ਬਰਨਾਲਾ ਲੌਂਗੋਵਾਲ ਸਮਝੌਤਾ ਹੋਇਆ ਸੀ। ਸਮਝੌਤੇ ਤੇ ਤੁਹਾਨੂੰ ਵੀ ਇਤਰਾਜ਼ ਆ, ਪਰ ਉਦੋਂ ਉਹ ਸਮਝੌਤੇ ਦੀ ਮੱਦ ਬਣੀ ਸੀ, ਬੰਦੇ ਰਿਹਾ ਕੀਤੇ ਸੀ, ਬੈਂਸ ਕਮੇਟੀ ਬਣੀ ਸੀ, ਬੰਦੇ ਰਿਹਾ ਕੀਤੀ ਸੀ। ਅਕਾਲੀ ਦਲ ਬਾਦਲ ਹੁਣ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਗਣਾਈ ਜਾਂਦੇ ਨੇ ਜੀ, ਸ਼੍ਰੋਮਣੀ ਕਮੇਟੀ ਨੇ ਐ ਕੀਤਾ, ਸ਼੍ਰੋਮਣੀ ਕਮੇਟੀ ਨੇ ਐ ਕੀਤਾ। ਤੁਹਾਡੇ ਕੋਲੇ ਸੱਤਾ ਸੀ, ਤੁਸੀਂ ਕੀ ਕੀਤਾ? ਤੁਸੀਂ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਦੇ ਗੁੱਠਾ ਲਾ ਕੇ ਆਨੰਦਪੁਰ ਦੇ ਮਤੇ ਦਾ ਕੀਰਤਨ ਸੋਲਾ ਪੜਿਆ, ਕਦੇ ਤੁਸੀਂ ਇਹ ਮੁੱਦਿਆਂ ਦਾ ਸਵਾਲ ਨਹੀਂ ਉਠਾਇਆ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਇਹ ਹੁਣ ਵੋਟ ਦਾ ਮਸਲਾ ਨਹੀਂ ਰਿਹਾ, ਤੁਸੀਂ ਇਹਨਾਂ ਨੂੰ ਅੰਦਰ ਰੱਖ ਲਓ, ਤੁਹਾਨੂੰ ਕਿਸੇ ਹਿੰਦੂ ਨੇ ਵੋਟ ਨਹੀਂ ਪਾਉਣੀ। ਤੁਸੀਂ ਇਹਨਾਂ ਨੂੰ ਬਾਹਰ ਛੱਡ ਦਿਓ, ਤੁਹਾਨੂੰ ਕਿਸੇ ਸਿੱਖਾਂ ਨੇ ਵੋਟ ਨਹੀਂ ਪਾਉਣੀ। ਇਹ ਮਨੁੱਖੀ ਹੱਕਾਂ ਦਾ ਮਸਲਾ, ਇਹਦੀ ਖਾਤਰ ਜੋ ਮਰਜ਼ੀ ਦਲੀਲ ਕੱਢ ਲਓ ਤੁਸੀਂ। ਚਲੋ ਅਮਿਤ ਸ਼ਾਹ ਨੇ ਪਹਿਲਾਂ ਹੋਰ ਦਲੀਲ ਘੜੀ ਸੀ, ਹੁਣ ਹੋਰ ਘੜੀ ਸੀ। ਚਲੋ ਤੁਸੀਂ ਕੇਂਦਰ ਸਰਕਾਰ ਜ਼ਿੰਮੇਵਾਰ ਆ, ਸਿਰਫ ਤੇ ਸਿਰਫ ਕੇਂਦਰ ਸਰਕਾਰ। ਤੁਸੀਂ ਇਸ ਨੂੰ ਸਿਰਫ ਮਨੁੱਖੀ ਹੱਕਾਂ ਦਾ ਮਸਲਾ ਮੰਨਦੇ ਹੋ ਇਸ ਵਕਤ, ਕੋਈ ਵੋਟ ਬੈਂਕ ਦਾ ਮਸਲਾ ਨਹੀਂ? ਸਿਆਸੀ ਕੈਦੀ ਨੇ, ਸਿਆਸੀ ਕੈਦੀਆਂ ਦੇ ਹੱਕ ਹੁੰਦੇ ਨੇ, ਸਿਆਸੀ ਲੜਾਈ ਆ, ਉਹਨਾਂ ਦੀ ਨਿੱਜੀ ਲੜਾਈ ਨਹੀਂ। ਬਿਲਕੀਸ ਬਾਨੋ ਦੇ 11 ਬੰਦਿਆਂ ਨੂੰ ਜ਼ਮਾਨਤ ਦਿੱਤੀ ਜਾਂਦੀ ਆ, ਇਹ ਕਹਿ ਕੇ ਰੇਅਰ ਆਫ ਦਾ ਰੇਅਰੈਸਟ ਕੇਸ ਨਹੀਂ, ਸੁਪਰੀਮ ਕੋਰਟ 'ਚ ਪੈ ਰਹੀਆਂ ਨੇ ਨਾ ਝਾੜਾਂ, ਤੇ ਇਹਨਾਂ ਨੇ ਕੀ ਕਰਤਾ ਜੀ? ਚਲੋ ਬਹੁਤ ਇਹੋ ਜਿਹੇ ਕੇਸ ਨੇ ਵੀ ਇਹਨਾਂ ਨੂੰ ਵਿਚਾਰੇ ਨਹੀਂ ਜਾ ਸਕਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ। ਮੈਂ ਇੱਕ ਆਖਰੀ ਸਵਾਲ ਗੁਰਸ਼ਨ ਸਿੰਘ ਤੁਹਾਡੇ ਤੋਂ ਲੈਣਾ। ਗੁਰਸ਼ਨ ਸਿੰਘ, ਕਿਤੇ ਕੋਰਟ ਨੇ ਆਪਣੀ ਟਿੱਪਣੀ ਵਿੱਚ ਇਹ ਕਿਹਾ ਕਿ ਤੁਹਾਡੇ ਕੋਲ ਇੱਕ ਆਖਰੀ ਮੌਕਾ ਹੈ, ਇਹ ਜਗ੍ਹਾ ਖਾਲੀ ਹੋਣੀ ਚਾਹੀਦੀ ਹੈ, ਜਾਂ ਉਦੋਂ ਬਾਅਦ ਫਿਰ ਫੈਸਲਾ ਹੋਰ ਤਰੀਕੇ ਨਾਲ ਲਿਆ ਜਾਊਗਾ? ਗੁਰਸ਼ਨ ਸਿੰਘ, ਕੋਈ ਇਹੋ ਜਿਹੀ ਟਿੱਪਣੀ ਹੈਗੀ ਹੈ? ਕਿਉਂਕਿ ਮੀਡੀਆ ਰਿਪੋਰਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਟਿੱਪਣੀਆਂ ਲਿਖੀਆਂ ਹੋਈਆਂ, ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਰਿਹਾ, ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਗੁਰਸ਼ਨ ਸਿੰਘ। ਦੇਖੋ, ਜਿਹੜੀ ਲਾਸਟ ਵਾਰੀ ਜਿਹੜਾ ਆਰਡਰ ਸੀਗਾ ਇਹ ਉਹਦੇ 'ਚ ਵੀ ਆਇਆ ਸੀਗਾ ਕਿ ਲਾਸਟ ਜਿਹੜਾ 10 ਤਰੀਕ ਤੱਕ ਇਹ ਆਰਡਰ ਹੈ ਫਾਈਨਲ, ਉਸ ਤੋਂ ਬਾਅਦ ਕੋਈ ਅਸੀਂ ਇਹ ਆਰਡਰ ਦੇ ਦਿੱਤਾ ਜਾਊਗਾ ਕਿ ਫੋਰਸਫੁਲੀ ਯੂਜ਼ ਕੀਤਾ ਜਾਵੇ। ਇਹ ਆਰਡਰ ਦੇ ਵਿੱਚ ਜ਼ਰੂਰ ਆਉਂਦਾ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਆਰਡਰ ਜੇ ਲਿਖ ਦਿੱਤਾ ਜਾਵੇ ਤੇ ਉਹਦੇ ਉੱਤੇ ਉਹਨਾਂ ਨੇ ਆਰਡਰ ਹੋ ਜਾਊਗਾ। ਉਹਦੇ ਉੱਤੇ ਅਸੀਂ ਕੋਈ ਨਾ ਕੋਈ, ਜੇ ਮੰਨ ਲਓ ਕਿ ਸਾਡੇ ਕੋਲੇ ਕੋਈ ਨਵੀਂ ਚੀਜ਼ ਮਿਲਦੀ ਹੈ, ਅਸੀਂ ਜੱਜ ਸਾਹਿਬ ਨੂੰ ਦੱਸਦੇ ਹਾਂ ਜਾ ਕੇ, तो जज साहब की ड्यूटीज है कि उस कंसीडर किया जाए और उस तो बाद कोई डिसीजन लिया जाए। सो ये कोई आप इस चीज नूं आपां इतना वड्डा इशू ना बनाइए कि जे जज साहब ने लिखता है कि ਉਹਦੇ ਵਿੱਚ ਇਹਨੂੰ ਲਾਸਟ ਤੁਹਾਨੂੰ ਓਪਰਚੁਨਿਟੀ ਆ तो उस तो बाद ये फोर्सफुली यूज होगा ही होगा। मे बी साडे कोले कोई ऐसा पॉइंट कुछ ऐसा मिल जाए जो इस बार भी सानू मिले आ, असीं ये चीज़ां जाके जज साहब नूं क्लीयरिफाई कीतियां कि ਜਿਹੜੇ ਬੰਦੀ ਸਿੰਘ 32 ਸਾਲਾਂ ਤੋਂ ਅੰਦਰ ਬੈਠੇ ਉਹਨਾਂ ਦੇ ਪਰਿਵਾਰ ਇੱਥੇ ਆਣ ਕੇ ਬੈਠੇ ਆ, ਉਹਨਾਂ ਨੂੰ ਵੀ ਤਾਂ ਉਹਨਾਂ ਦਾ ਪੂਰਾ ਇਨਸਾਫ ਮਿਲਣਾ ਚਾਹੀਦਾ। ਚਲੋ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਗੁਰਸ਼ਨ ਸਿੰਘ, ਮੋਰਚੇ ਦੀ ਜਗ੍ਹਾ ਬਦਲੋਗੇ ਤੁਸੀਂ ਜਾਂ ਨਹੀਂ ਬਦਲੋਗੇ? ਮੋਰਚਾ ਚੱਲੂਗਾ ਜਾਂ ਖਤਮ ਹੋ ਜਾਊਗਾ? नहीं, ये तालमेल कमेटी का डिसीजन है, ये मोर्चा नहीं खत्म हो सकता। मोर्चा लोगों ਨੂੰ
ਤੁਸੀਂ ਇੱਕ ਚੀਜ਼ ਕੰਸੀਡਰ ਕਰੋ, ਜੇ ਸੁਖਜਿੰਦਰ ਜੀ ਨੇ ਇਹ ਗੱਲ ਕੀਤੀ ਕਿ ਅਸੀਂ ਜਿਹੜਾ ਖਾਲਸਾ ਜੀ ਦੇ ਜਦੋਂ ਲੱਗਾ ਸੀਗਾ ਮੋਰਚਾ, ਉਸ ਤੋਂ ਬਾਅਦ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕੀਤੀ। ਇਹ ਹਮੇਸ਼ਾ ਜਦੋਂ ਮੋਰਚੇ ਲੱਗਦੇ ਆ, ਜਦੋਂ ਪਾਰਟੀ ਦੇ ਦਬਾਅ ਪੈਂਦੇ ਨੇ, ਤੇ ਉਦੋਂ ਹੀ ਕਿਉਂ ਲਏ ਜਾਂਦੇ ਨੇ ਇਹ ਲੋਕਾਂ ਵਾਸਤੇ, ਉਦੋਂ ਹਮਾਇਤੀ ਡਿਸੀਜਨ ਲੈ ਜਾਂਦੇ। ਉਸ ਤੋਂ ਇਲਾਵਾ ਸਰਕਾਰਾਂ ਕਿਉਂ ਚੁੱਪ ਰਹਿੰਦੀਆਂ ਨੇ ਉਦੋਂ? ਉਸ ਤੋਂ ਇਲਾਵਾ ਸਰਕਾਰਾਂ ਕਿਉਂ ਨਹੀਂ ਬੋਲਦੀਆਂ? ਇਹ ਸਰਕਾਰਾਂ ਦੀ ਡਿਊਟੀਜ਼ ਨਹੀਂ ਹੈਗੀ। ਮੈਂ 1 ਮਿੰਟ ਲੈਣਾ ਚਾਹੂੰਗਾ। ਇਸ ਤੋਂ ਪਹਿਲਾਂ ਜਦੋਂ ਇਹ ਸਰਕਾਰ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ, ਇਸ ਤੋਂ ਪਹਿਲਾਂ ਸੀਐਮ ਸਾਹਿਬ ਘਰ ਘਰ ਜਾ ਕੇ ਔਰ ਸਪੀਚਾਂ ਵਿੱਚ ਇਹ ਗੱਲਾਂ ਕਰਦੇ ਰਹੇ ਨੇ ਕਿ ਮੋਰਚੇ ਨਹੀਂ ਲੱਗਣੇ ਚਾਹੀਦੇ, ਮੋਰਚਿਆਂ ਵਿੱਚ ਜਾ ਕੇ ਸਰਕਾਰਾਂ ਨੂੰ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ। ਅੱਜ ਤੁਹਾਡੇ ਸਾਹਮਣੇ 8 ਮਹੀਨੇ ਹੋ ਗਏ ਨੇ, ਇੱਕ ਵਾਰੀ ਵੀ ਕੋਈ ਐਸਾ ਚੈਨਲ ਜਾਂ ਕੋਈ ਐਸਾ ਮੀਡੀਆ ਕੋਈ ਦਿਖਾ ਦਿਓ ਜਿੱਥੇ ਇਹ ਸੀਐਮ ਦਾ ਇੱਕ ਸੈਕਿੰਡ ਦਾ ਵੀ ਕੋਈ ਬਿਆਨ ਆਇਆ ਹੋਵੇ। ਹੁਣ ਇਹ ਚੁੱਪ ਕਰਕੇ ਬੈਠੇ ਹੋਏ ਨੇ। ਚਲੋ ਬਹੁਤ ਵਕਤ ਹੋਣੇ ਨਹੀਂ ਹੈ, ਮੈਂ ਪਹਿਲੇ ਵਕਤ ਜਾ ਲੈ ਚੁੱਕਿਆ। ਬਹੁਤ ਧੰਨਵਾਦ ਤੁਹਾਡਾ ਗੁਰਸ਼ਰਨ ਸਿੰਘ ਮਾਲੀ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਬੁੱਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਧਾਲੀਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੇ ਸੁਖਜਿੰਦਰ ਸਿੰਘ ਕੌਣੀ ਅਖੀਰ ਵਿੱਚ ਵਕਤ ਨਹੀਂ ਦੇ ਸਕਿਆ, ਮੈਂ ਤੁਹਾਡਾ ਬਹੁਤ ਧੰਨਵਾਦ। ਕੀ ਮੋਰਚੇ ਦਾ ਟਾਈਮ ਪੂਰਾ ਸੀ? ਇਹ ਸਵਾਲ ਕੀਤਾ ਸੀਗਾ। ਮੋਰਚੇ ਦਾ ਟਾਈਮ ਉਹ ਕਹਿੰਦੇ ਹਜੇ ਪੂਰਾ ਨਹੀਂ ਹੋਏਗਾ, ਮੋਰਚਾ ਚੱਲੇਗਾ, ਪਰ ਸਾਡਾ ਟਾਈਮ ਪੂਰਾ ਹੋ ਗਿਆ ਡਿਬੇਟ ਦਾ। ਬਹੁਤ ਧੰਨਵਾਦ।